टीवी यूके ते साडे नाल इत्थे ਸਿੰਘੂ ਬਾਰਡਰ ਦੇ ਉੱਤੇ मौजूद ने भाई सेवक सिंह मानसा जी। जे असीं गल करते हैं कि इस बॉर्डर ते किस प्रकार के किवें किवें दे विद्वान किवें किवें दे लेखक किवें किवें दे कलाकार पहुंचे हुए ने जिहड़े बहुत ज्ञानवान ने। किसान ਤਾਂ ਸਾਰੇ ਹੈਗੇ ਹੀ ਨੇ, ਉਹ ਕਿੱਤਾ ਆ, ਪਰੰਤੂ ਨਾਲ ਦੀ ਨਾਲ ਜੋ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਲੈ ਕੇ ਇੱਥੇ ਬੈਠੇ ਹੋਏ ਨੇ ਤੇ ਆਮ ਲੋਕਾਂ ਨੂੰ ਵੀ ਜਿਹੜਾ ਹੈ ਆਮ ਕਿਸਾਨਾਂ ਨੂੰ ਵੀ ਬਹੁਤ ਜਿਹੜੀ ਜਾਣਕਾਰੀ ਇੱਥੇ ਮਿਲ ਰਹੀ ਹੈ। ਜਿਵੇਂ ਕਿਹਾ ਜਾਂਦਾ ਆ ਹਰਿਆਣੇ ਤੇ ਪੰਜਾਬ ਦਾ ਸੁਮੇਲ ਹੋ ਗਿਆ ਹੈ, ਇੱਥੇ ਭਾਈਚਾਰਕ ਸਾਂਝ ਵਧੀ ਹੈ। ਹੋਰ ਵੀ ਪੰਜਾਬ ਦੇ ਅਜਿਹੇ ਰੰਗ ਜਿਹੜੇ ਆ ਵੀ ਜਿਹੜੇ ਸ਼ਾਇਦ ਪੰਜਾਬ ਵਿੱਚ ਬੈਠਿਆਂ ਕਦੀ ਦੇਖਣ ਨੂੰ ਨਹੀਂ ਸੀ ਮਿਲ ਸਕਦੇ, ਅੱਜ ਉਹ ਰੰਗ ਇੱਥੇ ਦਿਖ ਰਹੇ ਨੇ। ਤੇ ਇਵੇਂ ਹੀ ਨਾਲ ਦੀ ਨਾਲ ਬਹੁਤ ਸਾਰੇ ਵਿਦਵਾਨ ਕਲਾਕਾਰ ਲੇਖਕ ਤੇ ਬਹੁਤ ਬੁੱਧੀਜੀਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ। ਇਹ ਸਾਡੇ ਨਾਲ ਸੇਵਕ ਸਿੰਘ ਜੀ ਮਾਨਸਾ ਤੋਂ ਨੇ। ਭਾਈ ਸੇਵਕ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਵੀ ਕਿਸਾਨੀ ਮੁੱਦੇ ਨੂੰ ਲੈ ਕੇ ਜਿਹੜਾ ਆਏ ਹੋਏ ਨੇ। ਸੋ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਸਾਨੀ ਮੁੱਦੇ ਤੇ ਆਏ ਹੋਏ ਹੋ, ਤੁਸੀਂ ਭਾਸ਼ਾ ਦੀ ਬਹੁਤ ਜਿਹੜੀ ਡੂੰਘੀ ਆ ਤੁਹਾਡੀ ਪਕੜ ਆ, ਤੁਸੀਂ PhD ਕੀਤੀ ਹੋਈ ਆ ਭਾਸ਼ਾ ਦੇ ਵਿੱਚ, ਪੰਜਾਬੀ ਭਾਸ਼ਾ ਵਿਆਕਰਨ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਇੰਨੇ ਵਿਦਵਾਨ ਹੋ ਤੁਸੀਂ ਭਾਸ਼ਾ ਨੂੰ ਲੈ ਕੇ, ਕਿਸਾਨੀ ਮੁੱਦਾ ਜਿਹੜਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਤੁਹਾਡਾ ਇੱਕ ਕਿੱਤਾ ਜੇ ਅਸੀਂ ਪ੍ਰੋਫੈਸ਼ਨ ਕਹਿ ਲਈਏ ਉਹ ਭਾਸ਼ਾ ਨਾਲ ਰਿਲੇਟਡ ਹੋ ਜਾਂਦਾ ਆ, ਪਰ ਅੰਨ ਜਿਵੇਂ ਖਾਂਦਾ ਹੈ ਬੰਦਾ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨੀ ਵਾਲਾ ਮੁੱਦਾ ਕਿੰਨਾ ਜ਼ਰੂਰੀ ਸੀਗਾ ਜਿਹੜਾ ਹਰ ਬੰਦੇ ਨੂੰ ਲਿਆ ਕੇ ਜਿਹੜਾ ਉਹਨੇ ਇੱਥੇ ਬਿਠਾ ਲਿਆ ਹੋਇਆ? ਦੇਖੋ ਜੀ, ਪਹਿਲਾਂ ਤਾਂ ਮੈਂ ਵਿਦਵਾਨ ਤਾਂ ਨਹੀਂ ਹੈ, ਮੈਂ ਸਿਖਿਆਰਥੀ ਹੈਗਾ ਬੋਲੀ ਦਾ ਆਪਣਾ। ਹਾਂ, ਜਿਹੜੀਆਂ ਅਸੀਂ ਦੋ ਗੱਲਾਂ ਕੀਤੀਆਂ ਨੇ ਮੇਰੇ ਖਿਆਲ 'ਚ, ਜਿੱਥੇ ਤਾਂ ਹੁਣ ਇੱਥੇ ਕਿਸਾਨੀ ਦੇ ਮਸਲੇ ਦੀ ਗੱਲ ਹੈ, ਇੱਕ ਤਾਂ ਇਹਦਾ ਪੱਖ ਹੈ ਕਿ ਬੰਦਾ ਆਖਰ ਭੋਜਨ ਬਿਨਾਂ ਜਿਉ ਨਹੀਂ ਸਕਦਾ। ਭੋਜਨ ਬੰਦੇ ਦੀ ਬੁਨਿਆਦੀ ਲੋੜ ਹੈ, ਉਹ ਕੋਈ ਵੀ ਹੈ। ਇਸ ਤੱਕ ਕਿ ਭੋਜਨ ਮਨੁੱਖਾਂ ਦੀ ਨਹੀਂ ਬਾਕੀ ਜੀਵਾਂ ਦੀ ਵੀ ਲੋੜ ਹੈ। ਇਸ ਕਰਕੇ ਜਿਹੜਾ ਹੁਣ ਅਸੀਂ ਜਿਹਨੂੰ ਅਸੀਂ ਕਿਸਾਨੀ ਮਸਲਾ ਸਮਝਦੇ ਹਾਂ, ਉਹ ਪੂਰਾ ਜਿਹੜਾ ਜੀਵ ਜਗਤ ਹੈ, ਅਸੀਂ ਘਰਾਂ 'ਚ ਆਪਣੇ ਪਸ਼ੂ ਰੱਖੇ ਹੋਏ ਨੇ ਨਾ, ਉਹ ਵੀ ਆਖਰ ਨੂੰ ਸਾਡਾ ਅੰਨ ਦਾ ਹਿੱਸਾ ਖਾਂਦੇ ਨੇ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਬੋਲੀ ਦੀ ਕੀਤੀ ਹੈ, ਅਸੀਂ ਇੱਥੇ ਆਏ ਹਾਂ ਤਾਂ ਸਾਨੂੰ ਅਸਲ ਬੋਲੀ ਉਹ ਲੈ ਕੇ ਆਈ ਹੈ। ਬੋਲੀ ਨੇ ਸਾਨੂੰ ਇੱਥੇ ਬੰਨ੍ਹ ਕੇ ਬਿਠਾਇਆ, ਇਕੱਠੇ ਕੀਤਾ। ਮਨੁੱਖ ਦਾ ਬਾਕੀ ਜੀਵਨ ਜਿਹੜਾ ਫਰਕ ਹੈ ਉਹ ਬੋਲੀ ਦੀ ਜਿਹੜੀ ਵਿਆਕਰਨਕ ਬਣਤਰ ਹੈ ਉਹਦੇ ਵਿੱਚ ਹੀ ਪਿਆ। ਅਤੇ ਜੇ ਪੰਜਾਬ ਦੇ ਪਾਸਿਓਂ ਦੇਖਣਾ ਹੋਵੇ ਆਪਾਂ ਨੇ ਤਾਂ ਸਿੱਖ ਹਤਾ ਉਹਦੇ 'ਚੋਂ ਧਰਮ ਦੇ ਵਿੱਚੋਂ ਤਾਂ ਸ਼ਬਦ ਨੂੰ ਗੁਰੂ ਕਿਹਾ ਗਿਆ ਹੋਇਆ। ਇਸ ਕਰਕੇ ਵੀ ਸਿੱਖਾਂ ਵਜੋਂ ਵੀ, ਆਪਦੀ ਬੋਲੀ ਵਜੋਂ ਵੀ, ਕਿਸਾਨੀ ਵਜੋਂ ਵੀ, ਇਹ ਤਿੰਨੇ ਗੱਲਾਂ ਰਲਦੀਆਂ ਨੇ ਇੱਥੇ ਆਉਣ ਲਈ ਮੈਨੂੰ ਵੀ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ। ਸੋ ਤੁਸੀਂ ਕਿਸਾਨੀ ਮੁੱਦੇ ਨੂੰ ਇਸ ਜਦੋਂ ਆਏ ਹੋ, ਪਹਿਲੇ ਦਿਨ ਇੱਥੇ ਆਏ ਹੋ, ਸਿੰਘੂ ਬਾਰਡਰ 'ਤੇ ਤੁਸੀਂ ਮੌਜੂਦ ਹੋ, ਟਿਕਰੀ 'ਤੇ ਜਾਂ ਹੋਰ ਵੀ ਬਹੁਤ ਸਾਰੇ ਬਾਰਡਰਸ 'ਤੇ ਕਿਸਾਨ ਡਟ ਕੇ ਬੈਠੇ ਹੋਏ ਨੇ, ਮੋਰਚਾ ਲਾ ਕੇ ਬੈਠੇ ਹੋਏ ਨੇ। ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆ, ਮਾਹੌਲ ਇੱਥੇ ਕਿਵੇਂ ਦਾ ਬਣ ਚੁੱਕਿਆ? ਲੱਗਦਾ ਹੈ ਕਿ ਪੰਜਾਬ ਵਿੱਚ ਵੀ ਅਜਿਹਾ ਮਾਹੌਲ ਸੀਗਾ ਜਾਂ ਇੱਥੇ ਆ ਕੇ ਇਹਨਾਂ ਦੇ ਵਿੱਚ ਕਾਫੀ ਤਬਦੀਲੀਆਂ ਆਈਆਂ ਨੇ? ਨਹੀਂ, ਮਾਹੌਲ ਇਹ ਤਾਂ ਸਭ ਨੂੰ ਪਤਾ ਜੀ, ਜਿਵੇਂ ਇੱਕ ਹੁੰਦਾ ਆਮ ਹਾਲਾਤ, ਇੱਕ ਹੁੰਦੇ ਆ ਖਾਸ ਹਾਲਾਤ। ਹੁਣ ਖਾਸ ਹਾਲਾਤ ਨੇ, ਇਹ ਦਿਸਦੇ ਰੂਪ 'ਚ ਤਾਂ ਮਾਹੌਲ ਬਿਲਕੁਲ ਵੱਖਰਾ ਹੈ, ਪਰ ਗੱਲ ਦਾ ਫਰਕ ਐਂ ਹੁੰਦਾ ਕਿ ਜੋ ਕੁਛ ਬੰਦੇ ਦੇ ਅੰਦਰ ਪਿਆ ਹੁੰਦਾ ਬਾਹਰ ਉਹੀ ਆਉਂਦਾ। ਬੰਦੇ ਦੇ ਅੰਦਰ ਹੋਰ ਵੱਖਰਾ ਕੋਈ ਚੀਜ਼ ਨਹੀਂ ਆਉਂਦਾ ਵੀ ਜੋ ਜੀਓ ਹੋਵੇ ਸੋ ਉਗਵੇ। ਵੀ ਲੋਕਾਂ ਦੇ ਅੰਦਰ ਗੱਲ ਪਈ ਸੀ, ਉਹਨੇ ਇੱਕ ਸਮਾਂ ਆਉਣ 'ਤੇ ਉਹਨੇ ਫੁੱਟਣਾ ਹੁੰਦਾ। ਤੁਸੀਂ ਗੀਤਾਂ ਦੇ ਬੋਲ ਦੇਖੋ, ਤੁਸੀਂ ਇੱਥੇ ਲਿਖੇ ਹੋਏ ਨਾਅਰੇ ਦੇਖੋ ਨਾ। ਬੇਸ਼ੱਕ ਅਸੀਂ 3 ਕਾਨੂੰਨਾਂ ਦੇ ਨਾਂ ਥੱਲੇ ਆਏ ਹਾਂ, ਪਰ ਗੀਤ ਕੁਛ ਹੋਰ ਕਹਿੰਦੇ ਨੇ, ਲੋਕਾਂ ਦੇ ਥਾਂ ਥਾਂ ਲਿਖੇ ਹੋਏ ਸ਼ਬਦ ਕੁਛ ਹੋਰ ਕਹਿੰਦੇ ਨੇ। ਉਹ ਉਹੀ ਨੇ ਜੋ ਸਾਡੇ ਅੰਦਰ ਪਏ ਸੀ, ਉਹੀ ਚੀਜ਼ ਸਾਨੂੰ ਇੱਥੇ ਲੈ ਕੇ ਆਈ। ਹਾਂ, ਅਸੀਂ ਇੱਥੇ ਆ ਕੇ ਦੇਖਿਆ, ਸਾਨੂੰ ਮਾਹੌਲ ਵੱਖਰਾ ਲੱਗਦਾ ਕਿਉਂਕਿ ਉਹ ਚੀਜ਼ ਪ੍ਰਗਟ ਹੋ ਗਈ ਹੈ ਸਾਰੀ। ਭਾਸ਼ਾ ਦੀ ਗੱਲ ਹੋਈ ਹੈ, ਤੁਸੀਂ ਭਾਸ਼ਾ ਦੇ ਵਿੱਚ ਵਿਆਕਰਨ ਦੇ ਵਿੱਚ PhD ਕੀਤੀ ਹੈ। ਭਾਸ਼ਾ ਦਾ ਕਿੰਨਾ ਕੁ ਵੱਡਾ ਰੋਲ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚ? ਹਾਲਾਂਕਿ ਜੇ ਅਸੀਂ ਬਾਕੀ ਕਿਸਾਨਾਂ ਦੀ ਪ੍ਰਦੇਸ਼ਾਂ ਦੇ ਹੋਰ ਰਾਜਾਂ ਦੇ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਪਹੁੰਚੇ ਹੋਏ ਨੇ, ਪਰ ਜਿਹੜੀ ਪੰਜਾਬ ਦੀ ਭਾਸ਼ਾ ਹੈ ਉਹਦਾ ਕਿੰਨਾ ਵੱਡਾ ਰੋਲ ਹੈ? ਇੱਕ ਤਾਂ ਜਿੱਦਾਂ ਹੁਣ ਤੁਸੀਂ ਇਹ ਦੇਖ ਲਓ ਵੀ ਨਾ ਸਿਰਫ ਅਸੀਂ ਕਹਿੰਦੇ ਹਾਂ, ਜਿਹੜਾ ਬਾਹਰਲਾ ਹਿੱਸਾ ਵੀ ਹੈ, ਸਰਕਾਰ ਵੀ ਹੈ, ਉਹ ਇਸ ਗੱਲ ਨੂੰ ਸਿੱਖਾਂ ਅਤੇ ਪੰਜਾਬ ਦੇ ਉੱਤੇ ਕੇਂਦਰਿਤ ਕਰ ਰਹੀ ਹੈ। ਉਹ ਝੂਠ ਨਹੀਂ ਹੈ, ਉਹ ਸਹੀ ਹੈ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਕਿਸੇ ਵੀ ਬੋਲੀ ਦਾ ਮਹੱਤਵ ਕਿੰਨਾ ਹੈ ਇਹ ਹੁਣ ਆਪਾਂ ਨੂੰ ਦੱਸਣਾ ਔਖਾ ਤਾਂ ਹੈ, ਪਰ ਮੈਨੂੰ ਐਂ ਹੈ ਕਿ ਬੰਦੇ ਦੀ ਕੁੱਲ ਹਸਤੀ ਬੋਲੀ ਦੇ ਵਿੱਚ ਹੀ ਵੱਜੀ ਹੋਈ ਹੈ। ਅਸੀਂ ਕੌਣ ਆ, ਕਿਉਂ ਲੜ ਪਏ ਹਾਂ, ਕਿਹਦੇ ਨਾਲ ਲੜ ਪਏ ਆ, ਅਗਲੀ ਤਾਂ ਸਾਡੇ ਬਾਰੇ ਕੀ ਲੜ ਪਈ ਹੈ,
ਉਹ ਸਭ ਬੋਲੀ ਦੇ ਵਿੱਚ ਵੱਜਿਆ ਹੋਇਆ। ਇੱਕ ਦੂਜਾ ਜਿਹੜਾ ਹੁਣ ਅਸੀਂ ਸੋਚ ਰਹੇ ਹਾਂ, ਜਿਹੜਾ ਸਰਕਾਰ ਸੋਚ ਰਹੀ ਹੈ, ਜਿਹੜਾ ਕੋਈ ਤੀਜੀ ਧਿਰ ਦੇ ਬੰਦੇ ਸੋਚ ਰਹੇ ਨੇ, ਉਹ ਉਹਨਾਂ ਦਾ ਸਭ ਸੋਚਣਾ ਜਿਹੜਾ ਉਹ ਸਭ ਉਹਨਾਂ ਦੀ ਬੋਲੀ ਤੋਂ ਪ੍ਰਭਾਵਿਤ ਹੈ। ਤੁਸੀਂ ਦੇਖੋ ਵੀ ਜਿਹੜੇ ਕਾਨੂੰਨ ਬਣੇ ਉਹ ਸਿਰਫ ਦੋ ਬੋਲੀਆਂ 'ਚ ਬਣ ਕੇ ਆਏ ਨੇ, ਇੱਕ ਹਿੰਦੀ 'ਚ ਇੱਕ ਅੰਗਰੇਜ਼ੀ 'ਚ। ਹੁਣ ਬੋਲੀ ਦਾ ਮਹੱਤਵ ਇਹ ਹੈ ਕਿ ਅਸੀਂ ਜਿਹੜੇ ਇੱਥੇ ਬੰਦੇ ਬੈਠੇ ਹਾਂ ਪੰਜਾਬ ਤੋਂ, ਅਸੀਂ ਪੰਜਾਬੀ ਦੇ ਕੇਂਦਰ 'ਤੇ ਗੱਲਬਾਤ ਕਰਦੇ ਪਏ ਹਾਂ। ਤਾਂ ਜਦੋਂ ਸਰਕਾਰ ਨਾਲ ਮੁਕਾਬਲਾ ਹੈ, ਸਰਕਾਰ ਉਹ ਦੋ ਬੋਲੀਆਂ ਵਰਤ ਰਹੀ ਹੈ ਜਿਹੜੀਆਂ ਅਸੀਂ ਨਹੀਂ ਵਰਤਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਇੱਥੇ ਮਹੱਤਵ ਇਹ ਜ਼ਿਆਦਾ ਸਮਝਣ ਵਾਲਾ ਹੈ ਕਿ ਜਿਹੜੀ ਪ੍ਰਚਾਰ ਦੀ ਜੰਗ ਹੋ ਰਹੀ ਹੈ ਨਾ, ਉਹਦੀ ਜਿਹੜੀਆਂ ਦੋ ਬੋਲੀਆਂ ਦਾ ਪਿੜ ਹੈ, ਅਸੀਂ ਉਹ ਉਵੇਂ ਇੱਕ ਨਹੀਂ ਜਿੱਤਿਆ ਜਿਵੇਂ ਪੰਜਾਬੀ ਜਿੱਤ ਲਿਆ ਸੀ। ਇਹਨੂੰ ਥੋੜਾ ਜਿਹਾ ਖੋਲ ਕੇ ਦੱਸਿਆ ਜਾਵੇ। ਤੁਸੀਂ ਕਿਹਾ ਵੀ ਪੇੜ ਨਹੀਂ ਜਿੱਤਿਆ ਹੈਗਾ, ਉਹ ਗੱਲ ਨੂੰ ਥੋੜਾ ਜਿਹਾ ਖੋਲਿਆ ਜਾਵੇ। ਤੁਸੀਂ ਦੇਖੋ ਵੀ ਪੰਜਾਬੀ 'ਚ ਸਰਕਾਰ ਨੇ ਨਾ ਇਸ਼ਤਿਹਾਰ ਦਿੱਤਾ ਸਿਰਫ ਆਪਦੇ ਹੱਕ 'ਚ, ਅਤੇ ਲੋਕਾਂ ਨੇ ਉਹਦਾ ਵੀ ਬੁਰਾ ਮਨਾਇਆ, ਅਖਬਾਰਾਂ ਨੂੰ ਬੁਰਾ ਭਲਾ ਕਿਹਾ ਵੀ ਉਹਨਾਂ ਨੇ ਸਰਕਾਰ ਦਾ ਇਸ਼ਤਿਹਾਰ ਵੀ ਕਿਉਂ ਛਾਪਤਾ। ਪੰਜਾਬੀ 'ਚ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਸਰਕਾਰ ਦੇ ਪੱਖ 'ਚ ਆਉਂਦਾ ਹੋਵੇ, ਲੋਕ ਉਹਨੂੰ ਟੁੱਟ ਕੇ ਪੈ ਜਾਂਦੇ ਆ। ਪਰ ਹਜੇ ਵੀ ਜਿਹੜੀਆਂ ਬੋਲੀਆਂ 'ਚ ਕਾਨੂੰਨ ਆਏ ਨੇ, ਜਿਹੜੇ ਉਹ ਕਾਨੂੰਨ ਆ ਜਿਹੜੇ ਉਹਨਾਂ ਬਾਰੇ ਅਸੀਂ ਆਪਣੀ ਗੱਲ ਨੂੰ ਉਹਨਾਂ ਨਹੀਂ ਲਗਾ ਸਕੇ। ਜਿੱਦਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਵੱਡੇ ਅਖਬਾਰ ਨੇ ਹਿੰਦੀ ਅੰਗਰੇਜ਼ੀ ਦੇ, ਜਿਹੜੇ ਵੱਡੇ ਚੈਨਲ ਨੇ ਹਿੰਦੀ ਅੰਗਰੇਜ਼ੀ ਦੇ, ਜਿਹੜੀਆਂ ਵੱਡੀਆਂ ਸਾਈਟਾਂ ਨੇ ਵੈਬਸਾਈਟਾਂ ਹਿੰਦੀ ਅੰਗਰੇਜ਼ੀ ਦੀਆਂ, ਜਿਵੇਂ ਅਸੀਂ ਪੰਜਾਬੀ ਦੇ ਵਿੱਚ ਆਪਣੀ ਗੱਲ ਦੱਸ ਦਿੱਤੀ ਆ ਖੋਲ੍ਹ ਕੇ, ਕਿਉਂਕਿ ਸਾਡੀ ਮਾਂ ਬੋਲੀ ਸੀ, ਸਾਨੂੰ ਗੱਲ ਕਹਿਣੀ ਸੌਖੀ ਸੀ, ਅਸੀਂ ਕਹਿ ਲਈ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਹ ਗੱਲ ਨੂੰ ਸਮਝਾਇਆ ਕਿ ਜਦੋਂ ਬਿੱਲ ਸਾਡੀ ਭਾਸ਼ਾ ਵਿੱਚ ਸਾਡੇ ਸਾਹਮਣੇ ਆਏ ਨੇ ਤਾਂ ਲੋਕਾਂ ਦੀ ਸਮਝ ਵਿੱਚ ਪਿਆ ਹੈ ਕਿ ਅਸਲ ਵਿੱਚ ਇਹ ਹੈ ਕੀ ਹੈ। ਹਾਂਜੀ ਹਾਂ, ਮੈਂ ਕਹਿੰਦਾ ਵੀ ਹਜੇ ਵੀ ਜਿੰਨਾ ਹਿੱਸਾ ਸਾਡੇ ਅਸੀਂ ਅਨੁਵਾਦ ਕਰ ਲਿਆ ਨਾ, ਅਸੀਂ ਅਨੁਵਾਦ ਕੀਤਾ 2020 ਵਾਲਾ, ਇਹਨਾਂ ਕਾਨੂੰਨਾਂ ਦੀ ਜੜ ਹਜੇ ਪਿੱਛੇ ਪਈ ਹੋਈ ਹੈ। ਜੇ ਹੁਣ ਤੁਸੀਂ ਦੇਖੋ ਵੀ ਇਹ 3 ਕਾਨੂੰਨ ਕਹਿੰਦੇ ਆ ਇਹਨਾਂ ਨੂੰ, ਆਹ ਜਿਹੜੇ 2 ਨਵੇਂ ਨੇ, ਇੱਕ ਪੁਰਾਣਾ ਹੈ ਨਾ, ਇਹਨੂੰ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਕਹਿੰਦੇ ਨੇ। ਉਹ ਪੁਰਾਣਾ ਕਾਨੂੰਨ 1955 ਦਾ, ਉਹਦੇ 'ਚ ਸੋਧਾਂ ਕਰ ਕਰਕੇ ਇਹ 2002 ਤੋਂ ਸੋਧਾਂ ਕਰਨ ਲੱਗੇ। ਇਹਨੂੰ 2019 ਤੱਕ ਇਹਨਾਂ ਨੇ ਘੱਟੋ ਘੱਟ ਵੀ 40-45 ਵਾਰ ਆਰਡੀਨੈਂਸ ਜਾਰੀ ਕਰਕੇ ਇਹਨੂੰ ਅੱਗੇ ਵਧਾਈ ਗਏ। ਠੀਕ ਹੈ, ਜਿਹੜੇ ਉਹ ਆਰਡੀਨੈਂਸ ਦੇ 2 ਹਿੱਸੇ ਸੀਗੇ, ਉਹਦੇ ਵਿੱਚ ਹੀ ਥੋੜ੍ਹੀ ਜਿਹੀ ਗੱਲ ਹੋਰ ਪਾ ਕੇ ਇਹਨਾਂ ਨੇ 2 ਕਾਨੂੰਨ ਨਵੇਂ ਬਣਾਤੇ। ਕੁੱਲ ਮਿਲਾ ਕੇ ਇਹ ਇੱਕੋ ਕਾਨੂੰਨ ਸੀ, ਉਹਦੇ 2 ਰੂਪ ਦਿੱਤੇ। ਅਸੀਂ ਇਹਨਾਂ ਨੂੰ ਸਮਝਣ 'ਚ ਤਾਂ ਹੀ ਉਕ ਗਏ ਕਿ ਉਹ ਕਾਨੂੰਨ ਅਸਲ 'ਚ ਇੱਕ ਖਾਸ ਬੋਲੀ ਅੰਗਰੇਜ਼ੀ ਸੀਗੇ। ਠੀਕ ਹੈ, ਜਿੱਦਾਂ ਹੁਣ ਆਪਣੇ ਬੰਦੇ ਕਹਿੰਦੇ ਨੇ ਵੀ ਕਾਰਪੋਰੇਟ ਕਬਜ਼ਾ ਕਰ ਲੈਣਗੇ, ਤਾਂ ਹੁਣ ਸ਼ਬਦ ਜਿਹੜਾ ਕਾਰਪੋਰੇਟ ਹੈ ਉਹ ਆਇਆ ਅੰਗਰੇਜ਼ੀ 'ਚੋਂ। ਸਾਨੂੰ ਮੋਟਾ ਸਮਝ ਆਇਆ ਵੀ ਅਡਾਨੀ ਅੰਬਾਨੀ। ਠੀਕ, ਪਰ ਮੈਨੂੰ ਹੈ ਕਿ ਵੀ ਬੋਲੀ ਦੀ ਜਿਹੜੀ ਮਹੱਤਵ ਹੈ ਨਾ, ਜਿਹੜਾ ਉਹ ਇਕੱਲਾ ਆਏ ਨਹੀਂ ਸਾਡੇ ਜਿਉਣ ਲਈ ਹੈ, ਉਹ ਲੜਨ ਲਈ ਵੀ ਹਥਿਆਰ ਤੋਂ ਵੱਡਾ ਮਹੱਤਵ ਆ ਉਹਦਾ। ਅਸੀਂ ਆਪਦੀ ਬੋਲੀ ਦੇ ਮਹੱਤਵ ਨੂੰ ਜਿੰਨਾ ਜ਼ਿਆਦਾ ਸਮਝਦੇ ਹਾਂ, ਸਾਡੀ ਸਫਲਤਾ ਉਨੀ ਜ਼ਿਆਦਾ ਹੁੰਦੀ ਹੈ। ਜੇ ਹੁਣ ਆਪਾਂ ਕਹਿੰਦੇ ਹਾਂ ਵੀ ਭਾਈ ਚੜ੍ਹਦੀ ਕਲਾ ਦੀ ਗੱਲ ਕਰੋ, ਵੀ ਬੁਰਾ ਸ਼ਬਦ ਨਾ ਬੋਲੋ। ਠੀਕ, ਕਿਉਂ? ਕਿਉਂਕਿ ਸ਼ਬਦਾਂ ਦਾ ਇੱਕ ਆਪਣਾ ਅਰਥ ਹੈ, ਉਹਨਾਂ ਦਾ ਆਪਣਾ ਮੁੱਲ ਹੈ। ਸ਼ਬਦ ਅਸੀਂ ਹਰ ਵੇਲੇ ਬੋਲਦੇ ਹਾਂ, ਇੱਥੋਂ ਤੱਕ ਸੁੱਤਿਆਂ ਦੇ ਸਾਡੇ ਸ਼ਬਦ ਮਨ 'ਚ ਚੱਲਦਾ ਰਹਿੰਦਾ। ਠੀਕ, ਸ਼ਬਦ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਹੈ। ਇਹਦੀ ਸਭ ਤੋਂ ਸਹੀ ਵਰਤੋਂ ਸਾਡੇ ਜੀਵਨ ਨੂੰ ਸੁਧਾਰਦੀ ਹੈ, ਸਾਡੇ ਦੁਆਲੇ ਵਾਲੇ ਨੂੰ ਸੁਧਾਰਦੀ ਹੈ। ਜਿਹੜਾ ਜਿੰਨਾ ਵੀ ਅਸੀਂ ਕੁਛ ਕਰਨਾ ਚਾਹੁੰਦੇ ਹਾਂ, ਉਹਦੇ ਸ਼ਬਦ ਸਾਡਾ ਸਭ ਤੋਂ ਵੱਡਾ ਹਥਿਆਰ ਹੈ, ਸਾਡਾ ਸਾਧਨ ਹੈ। ਅਤੇ ਉਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਹਜੇ ਅਸੀਂ ਇਹ ਕਾਨੂੰਨਾਂ ਦੀ ਜਿਹੜੀ ਪਿਛੋਕੜ ਦੀ ਜੜ੍ਹ ਹੈ ਨਾ, ਉਹ ਹਜੇ ਪੂਰੀ ਨਹੀਂ ਸਮਝੀ ਹੈ। ਅਤੇ ਫਿਰ ਉਹ ਜਿਹੜੀਆਂ ਬੋਲੀਆਂ 'ਚ ਗੱਲ ਆਈ ਹੈ, ਉਹਨਾਂ ਬੋਲੀਆਂ 'ਚ ਇਹਦਾ ਮੁਕਾਬਲਾ ਨਹੀਂ ਕੀਤਾ ਹੋਇਆ। ਇਹਦੇ ਕਰਕੇ ਸਾਨੂੰ ਜੇ ਕੋਈ ਲੱਗਦਾ ਇੱਥੇ ਮੁਸ਼ਕਿਲ ਆ ਗਈ ਹੈ, ਤਾਂ ਇਸ ਗੱਲ ਕਰਕੇ ਆ ਗਈ ਵੀ ਅਸੀਂ ਆਪਦੇ ਸਰੀਰਕ ਮਹੱਤਵ ਨੂੰ, ਆਪਦੇ ਇਤਿਹਾਸ ਨੂੰ ਤਾਂ ਜਾਣ ਲਿਆ, ਉਹਨੂੰ ਅਸੀਂ ਲੈ ਕੇ ਅੜ ਵੀ ਗਏ ਹਾਂ ਵੀ ਹੁਣ ਕੱਲ ਕਣਕ ਦੀ ਨਹੀਂ ਅਣਖ ਦੀ ਹੈ। ਪਰ ਇਹ ਗੱਲ ਇੱਕ ਭਾਸ਼ਾ ਰਾਹੀਂ ਸਾਡੇ ਮਨ 'ਚ ਵਸੀ ਹੋਈ ਹੈ। ਉਸ ਭਾਸ਼ਾ ਦੇ ਮਹੱਤਵ ਨੂੰ ਅਸੀਂ ਸਿਖਰ 'ਤੇ ਨਹੀਂ ਲੈ ਕੇ ਜਾਂਦਾ ਹਜੇ। ਠੀਕ ਹੈ, ਅਸੀਂ ਗੱਲਬਾਤ ਕਰਨ ਲਈ ਜਾ ਰਹੇ ਹਾਂ, ਇਹਦਾ ਮਤਲਬ ਅਸੀਂ ਮਹੱਤਵ ਦੇ ਰਹੇ ਹਾਂ, ਪਰ ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦਾ ਜਿਹੜਾ ਹਥਿਆਰ ਹੈ ਸਾਡੇ ਖਿਲਾਫ, ਉਹ ਹੈ ਅੰਗਰੇਜ਼ੀ ਅਤੇ ਹਿੰਦੀ ਦਾ ਪ੍ਰਚਾਰ। ਮੈਂ ਵਾਰ-ਵਾਰ ਇਹ ਗੱਲ ਤਾਂ ਕਹਿ ਰਿਹਾ ਵੀ ਇਹਦਾ ਮਹੱਤਵ ਬਹੁਤ ਜ਼ਿਆਦਾ ਹੈ ਇਸ ਗੱਲ ਦਾ, ਕਿਉਂਕਿ ਅੰਗਰੇਜ਼ੀ ਇਸ ਵੇਲੇ ਇਹੋ ਜਿਹੀ ਬੋਲੀ ਹੈ, ਭਾਰਤ ਵਿੱਚ ਜੋ ਖਬਰ ਪੈਦਾ ਹੋ ਰਹੀ ਹੈ, ਅਸੀਂ ਕੀ ਕਰ ਰਹੇ ਹਾਂ, ਸਰਕਾਰ ਕੀ ਕਰ ਰਹੀ ਹੈ, ਇਹਦੀ ਖਬਰ ਦੁਨੀਆ ਨੂੰ ਕਿੱਦਾਂ ਮਿਲਦੀ ਹੈ? ਅੰਗਰੇਜ਼ੀ ਰਾਹੀਂ ਮਿਲਦੀ ਹੈ। ਅਮਰੀਕਾ ਤਾਂ ਹਿੰਦੀ ਨਹੀਂ ਜਾਣਦਾ, ਅਮਰੀਕਾ ਤਾਂ ਪੰਜਾਬੀ ਨਹੀਂ ਜਾਣਦਾ। ਠੀਕ ਹੈ, ਜਿਹੜੇ ਦੁਨੀਆ ਦੇ ਵੱਡੇ ਮੁਲਕ ਨੇ, ਉਹ ਇੱਥੋਂ ਦੀ ਸਾਰੀ ਖਬਰ ਨੂੰ ਸਿਰਫ ਅੰਗਰੇਜ਼ੀ ਵਿੱਚ ਦੀ ਦੇਖਦੇ ਨੇ, ਅਤੇ ਉਹਦੇ ਉੱਤੇ
ਸਾਡਾ ਜਿਵੇਂ ਪੰਜਾਬੀ ਦੇ ਵਿੱਚ ਅਸੀਂ ਆਪਣਾ ਕਬਜ਼ਾ ਜਮਾ ਲਿਆ, ਸਰਕਾਰ ਦੀ ਗੱਲ ਨਹੀਂ ਚੱਲਣ ਦਿੱਤੀ, ਅਸੀਂ ਸਾਨੂੰ ਆਪਣੀ ਗੱਲ ਸਮਝ ਵੀ ਆਈ, ਅਸੀਂ ਕਹਿ ਵੀ ਲਈ, ਸਾਨੂੰ ਗੱਲ ਵੀ ਸਮਝ ਆਈ ਕੀ ਹੋ ਰਿਹਾ, ਅਤੇ ਸਾਨੂੰ ਕਹਿਣਾ ਵੀ ਆ ਗਿਆ। ਉਹ ਪੱਖ ਸਾਡਾ ਉਵੇਂ ਨਹੀਂ ਆਇਆ ਵੀ ਨਾ ਅਸੀਂ ਜਿਹੜੇ ਕਾਨੂੰਨਾਂ ਨੂੰ ਵੇਖਿਆ ਹੋਵੇ। ਲੋਕਾਂ ਸਾਹਮਣੇ ਉਹਨਾਂ ਦੀ ਭਾਸ਼ਾ 'ਚ ਨਹੀਂ ਰੱਖ ਸਕੇ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਸੀਗੀ ਉਹਦੇ ਬਾਰੇ। ਹਾਂ ਨਹੀਂ ਕੱਲ ਹੁਣ ਦੇਖੋ ਗੱਲ 3 ਕਾਨੂੰਨਾਂ ਦੀ ਖੜੀ ਹੋਈ ਹੈ। ਜੇ ਤੁਸੀਂ ਦੇਖੋ ਤਾਂ ਇੱਥੋਂ ਦੀ ਸਰਕਾਰ ਨੇ ਸਮਝੌਤੇ ਕੀਤੇ ਜਿਹੜੇ UN ਰਾਹੀਂ, ਉਹ ਕੀਤੇ ਹੋਏ ਨੇ ਸਿਹਤ ਵਾਸਤੇ, ਸਿੱਖਿਆ ਵਾਸਤੇ, ਠੀਕ ਹੈ। ਇਹਦੇ ਨਾਲ ਸਿਹਤ ਵਾਸਤੇ, ਸਿੱਖਿਆ ਵਾਸਤੇ, ਉਹਨਾਂ ਨੇ ਅਨਾਜ ਵਾਸਤੇ, ਯਾਨੀ ਕਿ ਖੇਤੀ ਵਾਸਤੇ, ਇਦੋਂ ਗਾਹਾਂ ਬਿਜਲੀ ਵਾਸਤੇ ਉਹ ਸ਼ਬਦ ਵਰਤੇ ਨੇ ਬਾਇਓਸਫੀਅਰ ਅੰਗਰੇਜ਼ੀ ਦਾ, ਮਤਲਬ ਹਰ ਜਿਹੜੀ ਚੀਜ਼ ਜਿਉਂਦੀ ਹੈ, ਕੰਮ ਦੀ ਹੈ, ਉਹ ਸਾਰੇ ਕੰਮ ਦੇ ਸਮਝੌਤੇ ਕੀਤੇ ਹੋਏ ਨੇ। ਅਤੇ ਖੇਤੀ ਦੇ ਕਾਨੂੰਨ ਉਹ ਸਾਰੇ ਸਮਝੌਤੇ ਦਾ ਇੱਕ ਹਿੱਸਾ ਨੇ ਛੋਟਾ। ਇਹਨਾਂ ਕਾਨੂੰਨਾਂ ਰਾਹੀਂ ਇਕੱਲਾ ਇਹ ਨਹੀਂ ਖੇਤੀ ਖਤਮ ਹੋਊਗੀ। ਤੁਸੀਂ ਜੇ ਦੇਖੋਗੇ ਜਿਹੜਾ UN ਦੀ ਜਿਹੜੀ ਉਹ ਲਿਖੀ ਹੋਈ ਲਿਖਤ ਹੈ ਨਾ ਸਮਝੌਤੇ ਬਿਜਲੀ, ਉਹ 'ਚ ਇਹ ਲਿਖਿਆ ਹੋਇਆ ਕਿ ਅਸੀਂ ਲੋਕ ਕੀ ਖਰੀਦਦੇ ਨੇ, ਕੀ ਖਾਂਦੇ ਨੇ, ਉਹਦਾ ਵੀ ਅਸੀਂ ਧਿਆਨ ਰੱਖਾਂਗੇ। ਮਤਲਬ ਅਗਲੇ ਸਾਡੀਆਂ ਬੁਰਕੀਆਂ ਗਿਣਨਗੇ। ਇਹ ਗੱਲ ਅਸੀਂ ਹਜੇ ਆਪਦੀ ਬੋਲੀ 'ਚ ਦੱਸ ਨਹੀਂ ਸਕੀ ਪੂਰੀ। ਕਾਨੂੰਨ ਅਸੀਂ ਅਨੁਵਾਦ ਕਰ ਲਏ ਖੇਤੀ ਦੇ, ਪਰ ਉਹ ਕਾਨੂੰਨਾਂ ਦੇ ਦੁਆਲੇ 'ਚ ਕੀ ਕੁਛ ਬਲਿਆ ਹੋਇਆ। ਅਸੀਂ ਸਿਰਫ ਜਿਹਨੂੰ ਅੰਗਰੇਜ਼ੀ ਕਹਿੰਦੇ ਵੀ ਟਿਪ ਆਫ ਆਈਸਬਰਗ, ਅਸੀਂ ਸਿਰਫ ਅਜੇ ਉਹ ਟਿਪ ਦੇਖੀਏ। ਇਹ 3 ਕਾਨੂੰਨ ਉਹਦੇ ਨੋਕ ਨੇ ਸਿਰਫ, ਉਹਦੇ ਥੱਲੇ ਸਾਰਾ ਕੀ ਹੈ। ਹਾਂ ਉਹ ਸਾਰੀ ਦਾਲ ਕਾਲੀ ਪਈ ਹੈ। ਅਸੀਂ ਸਿਰਫ ਇੱਕ ਦਾਣਾ ਚੱਕ ਕੇ ਦੇਖ ਲਿਆ, ਪਰ ਦਾਲ ਜਿੰਨੀ ਕਾਲੀ ਹੈ, ਕਿਵੇਂ ਕਾਲੀ ਹੈ, ਇਹ ਸਾਨੂੰ ਆਪਣੇ ਲੋਕਾਂ ਨੂੰ ਵੀ ਦੱਸਣੀ ਪਊ ਪੂਰੀ ਸਵਾਰ ਕੇ। ਆਏ ਨਹੀਂ ਵੀ ਸਾਨੂੰ ਲੁੱਟ ਲਿਆ ਜੀ। ਪੰਜਾਬ ਦੇ ਵਿੱਚ ਲੁਟੇਰਾ ਇੱਕ ਬਹੁਤ ਛੋਟਾ ਜਿਹਾ ਬੰਦਾ ਹੁੰਦਾ। ਸਾਡੀ ਪਰੰਪਰਾ 'ਚ ਲੁਟੇਰੇ ਦਾ ਡਰ ਹੈ ਨਹੀਂ ਸਾਨੂੰ ਤਾਂ, ਠੀਕ ਹੈ ਨਾ। ਜਿੱਥੇ ਵੀ ਦੁਨੀਆ 'ਚ ਲੜਾਕੂ ਲੋਕ ਨੇ, ਉਹਨਾਂ ਨੂੰ ਲੁਟੇਰੇ ਦਾ ਡਰ ਹੀ ਨਹੀਂ ਹੁੰਦਾ, ਉਹਨਾਂ ਨੂੰ ਵਪਾਰੀ ਦਾ ਡਰ ਹੀ ਨਹੀਂ ਹੁੰਦਾ, ਠੀਕ। ਜਿਹੜੇ ਅਰਥਾਂ 'ਚ ਅਸੀਂ ਵਪਾਰੀ ਸਮਝਦੇ ਹਾਂ, ਵੀ ਅਸਲ 'ਚ ਕੀ ਹੋਣ ਜਾ ਰਿਹਾ ਉਹ ਗੱਲ ਜੇ ਦੱਸਾਂਗੇ ਅਸੀਂ ਵੀ ਭਾਈ ਸਾਡੇ ਸਰੀਰ 'ਤੇ, ਸਾਡੇ ਮਨ 'ਤੇ, ਸਾਡੀ ਧਰਤੀ 'ਤੇ, ਸਾਡੀ ਸਾਰੀ ਪਰੰਪਰਾ 'ਤੇ ਕਬਜ਼ਾ ਹੋ ਜਾਣਾ ਹੈ ਨਾ। ਇਹ ਗੱਲ ਨੂੰ ਜਿੰਨਾ ਸਵਾਰ ਕੇ ਦੱਸਾਂਗੇ ਆਪਦੀ ਬੋਲੀ 'ਚ, ਫਿਰ ਅਸੀਂ ਗਾਹਾਂ ਦੂਜੇ ਪਾਸੇ ਉੱਤਰ ਵੀ ਦੇ ਸਕਾਂਗੇ। ਇਹ ਸਾਰਾ ਮਹੱਤਵ ਸਾਰੇ ਦਾ ਸਾਰਾ ਬੋਲੀ ਦੇ ਉੱਤੇ ਖੜਾ ਹੋਇਆ। ਤੁਸੀਂ ਕਿਹਾ ਵੀ ਅਸੀਂ ਇਹਨੂੰ ਸਵਾਰ ਕੇ ਦੱਸਣਾ ਹੈਗਾ ਆ ਇਹ ਸਾਰੇ ਕਨਸੈਪਟ ਨੂੰ। ਮੈਂ ਅਸੀਂ ਚਾਹੁੰਦੇ ਵੀ ਦਰਸ਼ਕਾਂ ਨਾਲ ਉਹ ਸਾਰੀ ਜਿਹੜੀ ਜਾਣਕਾਰੀ ਆ ਤੁਸੀਂ ਉਹ ਜ਼ਰੂਰ ਸਾਂਝੀ ਕਰੋ ਵੀ ਅਸਲ ਦੇ ਵਿੱਚ ਹੈ ਕੀ ਆ ਇਹ। ਜਿੰਨਾ ਕੁ ਤਾਂ ਦੱਸਿਆ ਗਿਆ ਕਿਸਾਨ ਆਗੂਆਂ ਵੱਲੋਂ ਉਹ ਕਿਸਾਨਾਂ ਨੂੰ ਪਤਾ ਹੈ, ਪਰ ਹੋਰ ਕਿਹੜੀਆਂ ਵਿਚਲੀਆਂ ਗੱਲਾਂ ਨੇ ਜਿਹੜੀਆਂ ਦੱਸਣੀਆਂ ਜ਼ਰੂਰੀ ਨੇ? ਪਹਿਲਾਂ ਤਾਂ ਕੁਛ ਜਿਹੜੀ ਬਹੁਤ ਨਿੱਕੀਆਂ ਮੋਟੀਆਂ ਗੱਲਾਂ ਨੇ ਨਾ, ਜਿੱਦਾਂ ਮੈਨੂੰ ਲੱਗਦਾ ਵੀ ਜੇ ਅਸੀਂ ਪ੍ਰਚਾਰ ਵਜੋਂ ਦੇਖਣਾ ਹੋਵੇ ਤਾਂ ਆਪਾਂ ਬਿਲਕੁਲ ਐਂ ਸ਼ੁਰੂ ਕਰਦੇ ਹਾਂ ਵੀ ਪ੍ਰਧਾਨ ਮੰਤਰੀ ਨੇ ਵਾਰੀ ਇਹ ਕਿਹਾ ਵੀ ਕਿਸਾਨ ਕਿਤੇ ਵੀ ਲਿਜਾ ਕੇ ਵੇਚ ਸਕਦਾ। ਇਹ ਗੱਲ ਹੁਣ ਦੱਸਣ ਵਾਲੀ ਮਤਲਬ ਊਂ ਤਾਂ ਸਾਨੂੰ ਪਤਾ ਹੈ ਵੀ ਅਸੀਂ ਨਹੀਂ ਵੇਚ ਸਕਦੇ, ਪਰ ਇਹ ਗੱਲ ਨੂੰ ਤਕਨੀਕੀ ਰੂਪ 'ਚ ਕਹਿਣਾ ਕਿ ਭਾਈ ਕਿਤੇ ਲਿਜਾ ਕੇ ਵਪਾਰੀ ਵੇਚ ਸਕਦਾ, ਕਿਸਾਨ ਨਹੀਂ ਵੇਚ ਸਕਦਾ। ਕਿਸਾਨ ਜਿਹੜਾ ਜਿੱਥੇ ਪੈਦਾ ਕਰਦਾ ਉੱਥੇ ਵੇਚਦਾ, ਉਹ ਕਿਸਾਨ ਹੁੰਦਾ। ਪਰ ਸਰਕਾਰ ਕਿਸਾਨ ਦੇ ਅਰਥ ਬਦਲ ਰਹੀ ਹੈ, ਠੀਕ ਹੈ, ਪਹਿਲੀ ਗੱਲ। ਦੂਜੇ ਪਾਸੇ ਜਿਹੜੇ ਬੰਦੇ ਖਿਲਾਫ ਬੋਲ ਰਹੇ ਸਰਕਾਰ ਨੇ ਸਾਡੇ, ਉਹ ਕੀ ਕਹਿ ਰਹੇ ਨੇ ਵੀ ਇਹ ਪੰਜਾਬ ਵਾਲੇ, ਹਰਿਆਣੇ ਵਾਲੇ ਰੱਜੇ ਪੁੱਜੇ ਨੇ, ਇਹ 6% ਲੋਕ ਨੇ ਜਿਹੜੇ MSP ਖਾ ਗਏ, ਬਾਕੀਆਂ ਦਾ ਹਿੱਸਾ ਮਾਰ ਗਏ 94%। ਤਾਂ ਹੁਣ ਇਹ ਬਾਰ ਸਾਰੇ ਅੰਗਰੇਜ਼ੀ ਦੀਆਂ ਅਖਬਾਰਾਂ 'ਚ, ਅੰਗਰੇਜ਼ੀ ਦੀਆਂ ਸਾਈਟਾਂ 'ਤੇ ਗੱਲ ਪੂਰੀ ਚੱਲਦੀ ਹੈ ਵੀ ਇਹ 6% ਲੋਕ, ਇਹ 6% ਲੋਕ। ਹੁਣ ਇਹ ਗੱਲ ਸਿਰਫ ਇੰਨੀ ਹੈ ਕਿ ਉਲਟਾਉਣ ਵਾਲੀ ਹੈ। ਇਹ ਕਹਿਣਾ ਬਣਦਾ ਵੀ ਭਾਈ ਸਰਕਾਰ ਮੰਨ ਰਹੀ ਹੈ ਕਿ ਉਹਨਾਂ ਨੇ 94% ਲੋਕਾਂ ਦਾ ਹੱਕ ਮਾਰਿਆ। ਸਰਕਾਰ ਮੰਨ ਰਹੀ ਹੈ ਨਾ ਜੀ, ਕਹਿ ਰਹੀ ਵੀ 6 ਨੂੰ ਮਿਲਦੀ ਹੈ ਜੀ। ਇਹਦਾ ਮਤਲਬ ਸਰਕਾਰ ਆਪਦੇ ਮੂੰਹੋਂ ਕਹਿੰਦੀ ਵੀ ਅਸੀਂ 94 ਨੂੰ ਨਹੀਂ ਦਿੱਤੀ, ਅਤੇ ਸਾਲਾਂ ਬੱਧੀ ਨਹੀਂ ਦਿੱਤੀ। ਕਿਸਾਨਾਂ ਦਾ ਹੱਕ ਮਾਰਿਆ, ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਸਿਸਟੇਮੈਟਿਕ ਜੈਨੋਸਾਈਡ। ਇਹਦਾ ਮਤਲਬ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਨਾ ਕਿ ਸਾਨੂੰ ਦੋਸ਼ ਮਿਲਣਾ ਚਾਹੀਦਾ। ਪਹਿਲਾਂ ਉਹਨਾਂ ਨੇ 94 ਦਾ ਹੱਕ ਖੋਲ੍ਹਿਆ, ਹੁਣ ਉਹ ਕਹਿੰਦੇ ਵੀ 100 ਦਾ ਹੀ ਖੋਲ੍ਹ ਗਏ। ਇਹ ਦੂਜਾ ਹਿੱਸਾ ਇਹਦਾ। ਤੀਜਾ, ਹੁਣ ਜਿਹੜੇ ਬੰਦੇ ਉਹਨਾਂ ਦੇ ਵਿਦਵਾਨ ਨੇ ਉਹ ਦਲੀਲਾਂ ਤਾਂ ਇਹ ਦਿੰਦੇ ਨੇ ਕਿ ਦੇਖੋ ਜੀ ਪਹਿਲਾਂ ਵੀ ਸਬਜ਼ੀਆਂ, ਦੁੱਧ, ਇਹ ਪ੍ਰਧਾਨ ਮੰਤਰੀ ਨੇ ਬੋਲੀ ਹੋਈ ਗੱਲ ਹੈ ਵੀ ਬੰਦੇ ਦੁੱਧ 'ਚ ਵੱਧ ਪੈਸਾ ਕਮਾਉਂਦੇ ਨੇ, ਦੁੱਧ ਦੇ ਉੱਤੇ ਕੋਈ MSP ਨਹੀਂ ਹੈ। ਬੰਦੇ ਸਬਜ਼ੀ 'ਚੋਂ ਪੈਸਾ ਕਮਾਉਂਦੇ, ਉਹਦੇ ਕੋਈ MSP ਨਹੀਂ ਹੈ, ਉਹ ਖੁੱਲ੍ਹੀ ਮੰਡੀ 'ਚ ਵਿਕਦਾ। ਪਰ ਜਿਹੜਾ ਬੰਦਾ ਵਿਦਵਾਨ ਹੈ ਉਹ ਸਮਝਦਾ
ਕਿ ਅੰਗਰੇਜ਼ੀ ਜਿਹਦੇ ਲਈ ਦੋ ਸ਼ਬਦ ਨੇ, ਇੱਕ ਹੈ ਪੈਰੀਸ਼ੇਬਲ, ਇੱਕ ਨੌਨ ਪੈਰੀਸ਼ੇਬਲ। ਦੁੱਧ ਤੇ ਸਬਜ਼ੀਆਂ ਉਹ ਚੀਜ਼ਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਬਹੁਤ ਛੇਤੀ, ਠੀਕ ਹੈ। ਅਨਾਜ ਛੇਤੀ ਖਰਾਬ ਨਹੀਂ ਹੁੰਦਾ। ਦੋ ਫਰਕ ਆ ਗਏ। ਦੂਜਾ ਫਰਕ, ਅਨਾਜ ਖਾ ਕੇ ਬੰਦਾ ਜਿਉਂਦਾ ਰਹਿ ਸਕਦਾ, ਠੀਕ ਹੈ। ਅਨਾਜ ਬੁਨਿਆਦੀ ਜ਼ਰੂਰਤ ਹੈ ਬੰਦੇ ਦੀ, ਫਲ ਸਬਜ਼ੀ ਉਹਦੇ ਨਾਲ ਹੈ, ਸਹਾਇਕ ਤੱਤ ਹੈ। ਗੱਲ ਹੋ ਰਹੀ ਹੈ ਮੂਲ ਤੱਤ ਦੀ, ਉਹ ਸਹਾਇਕ ਦਾ ਹਵਾਲਾ ਦੇ ਰਹੇ ਨੇ। ਗੱਲ ਹੋ ਰਹੀ ਹੈ ਸਦੀਵੀ ਜਿਹੜੀ ਚੀਜ਼ ਵੱਧ ਚਿਰ ਜਿਉਂਦੀ ਹੈ, ਉਹ ਘੱਟ ਚਿਰ ਵਾਲੀ ਹਵਾਲਾ ਦੇ ਰਹੇ ਨੇ। ਦੋਨਾਂ ਚੀਜ਼ਾਂ ਨੂੰ ਮਿਲਾ ਰਹੇ ਨੇ, ਠੀਕ ਹੈ ਜੀ। ਇਹ ਹੁਣ ਫਰਕ ਹੈ। ਇਦੋਂ ਅਗਲਾ, ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ MSP ਸਿਰਫ 6% ਲੋਕਾਂ ਨੂੰ ਮਿਲਦੀ ਹੈ, ਪਰ ਸਰਕਾਰ ਦੀ ਰਿਪੋਰਟ ਕਹਿੰਦੀ ਹੈ, ਤੁਸੀਂ ਜੇ ਦੇਖੋਗੇ 2016 ਦੀ ਰਿਪੋਰਟ ਹੈ ਸਰਕਾਰ ਦੀ MSP ਦੇ ਉੱਤੇ, ਉਹ ਆਪਦੇ ਮੂੰਹੋਂ ਕਹਿੰਦੇ ਆ ਵੀ 67% ਲੋਕਾਂ ਨੂੰ MSP ਮਿਲਦੀ ਹੈ, ਠੀਕ। ਹੁਣ ਇਹ ਜਿਹੜੀਆਂ ਗੱਲਾਂ ਨੇ ਸਿਰਫ ਕੱਢ ਕੇ ਦੱਸਣ ਵਾਲੀਆਂ ਗੱਲਾਂ ਨੇ, ਆਮ ਗੱਲਾਂ ਨੇ ਬਹੁਤ। ਇਹ ਇੱਕ ਵਾਰੀ ਲੋਕਾਂ ਨੂੰ ਦੱਸ ਦਿਓ, ਲੋਕਾਂ ਨੂੰ ਸਮਝ ਆਉਣਗੀਆਂ, ਫਿਰ ਲੋਕ ਗੱਲਾਂ ਨੂੰ ਅੱਗੇ ਕਹਿ ਸਕਦੇ ਨੇ। ਕਿਉਂਕਿ ਜੋ ਸਾਡੇ ਬਾਰੇ ਪ੍ਰਚਾਰ ਹੋ ਰਿਹਾ ਨਾ, ਮੈਂ ਬਾਰ-ਬਾਰ ਇਸ ਗੱਲ 'ਤੇ ਆਉਣਾ ਵੀ ਉਹ ਪ੍ਰਚਾਰ ਉਹਨਾਂ ਚਿਰ ਬੰਦ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਉਹਦਾ ਮੂੰਹ ਬੰਦ ਨਹੀਂ ਕਰਾਂਗੇ ਉਹਨਾਂ ਦੇ ਅੰਕੜਿਆਂ ਨਾਲ, ਉਹਨਾਂ ਦੀਆਂ ਦਲੀਲਾਂ ਨਾਲ। ਇਹ ਪੱਖ ਜਿਹੜਾ ਛੋਟਾ ਜਿਹਾ ਆਮ ਦਿੰਦਾ। ਦੂਜਾ ਪੱਖ ਜਿਹੜਾ ਮੈਂ ਪਹਿਲਾਂ ਕਿਹਾ ਸੀ ਵੀ ਇਹ ਜਿਹੜੇ ਕਾਨੂੰਨ ਬਣ ਕੇ ਆਏ ਨੇ, ਇਹਦਾ ਇੱਕ ਹੋਰ ਪੱਖ ਦੇਖੋ। ਕਿਸਾਨ ਆਗੂਆਂ ਨੇ ਇਹ ਗੱਲ ਦੱਸੀ ਸਾਨੂੰ ਸਾਰਿਆਂ ਨੂੰ ਵੀ ਇਹ ਕਾਨੂੰਨ ਇਹੋ ਜਿਹੇ ਬਣਾਤੇ ਵੀ ਬੰਦੇ ਅਦਾਲਤ ਵਿੱਚ ਨਹੀਂ ਜਾ ਸਕਦੇ, ਠੀਕ ਹੈ। ਇਹ ਸਾਨੂੰ ਸਭ ਨੂੰ ਪਤਾ, ਪਰ ਇਹਦੇ ਵਿੱਚ ਇੱਕ ਹੋਰ ਗੱਲ ਹੈ ਹਜੇ, ਇਹ ਹੈ ਕਿ SDM ਤੋਂ ਉੱਪਰ DC ਕੋਲ ਗੱਲ ਜਾ ਸਕਦੀ ਹੈ। ਇਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਅੱਛਾ, ਹੁਣ ਤੁਸੀਂ ਦੇਖੋ ਜਿਹੜਾ UN ਨਾਲ ਸਮਝੌਤਾ ਹੋਇਆ ਇਹਨਾਂ ਦਾ, ਉਹ 'ਚ ਕੀ ਹੈ? ਉਹ 'ਚ ਇਹ ਹੈ ਕਿ ਜਿਹੜਾ ਕੇਂਦਰੀ ਮਹਿਕਮਾ ਖੇਤੀਬਾੜੀ ਦਾ, ਉਹ ਮੁਖੀ ਹੋਊ, ਉਹਦਾ ਸੈਕਟਰੀ, ਜਿਹੜੇ ਨਾਲ ਸਿਹਤ ਦੇ, ਸਿੱਖਿਆ ਦੇ ਅਤੇ ਉਹ ਭੋਜਨ ਵੰਡਣ ਦੇ ਮਹਿਕਮੇ ਨੇ, ਉਹਨਾਂ ਦੇ ਸੈਕਟਰੀ ਉਹਦੇ ਨਾਲ ਸਹਾਇਕ ਹੋਣਗੇ। ਇਹ ਤਿੰਨੇ ਚਾਰੇ ਇਸ ਸਮਾਗਮ ਨੂੰ ਚਲਾਉਣਗੇ, ਇਸ ਸਮਝੌਤੇ ਨੂੰ ਚਲਾਉਣਗੇ। ਗਾਹਾਂ ਆਪ ਦੇ ਸੈਕਟਰੀ ਸੂਬਿਆਂ ਚਲਾਉਣਗੇ, ਨਾਲ ਦੀ ਨਾਲ ਉਹ ਸਿੱਧੇ ਜ਼ਿਲ੍ਹਿਆਂ ਚਲਾਉਣਗੇ ਇੱਕ ਸੈਕਟਰੀ ਨਾਲ। ਖੇਤੀ ਦੇ ਮਾਮਲੇ ਕੌਣ ਨਿਬੇੜੂਗਾ? DC ਕਿਹਦੇ ਨਾਲ ਸੰਬੰਧਿਤ ਹੈ? ਕੇਂਦਰੀ ਉਹਦੇ ਨਾਲ, ਸੈਕਟਰੀ ਨਾਲ। ਉਹ ਸੈਕਟਰੀ ਕਿਹਦੇ ਨਾਲ ਸੰਬੰਧਿਤ ਹੈ? UN ਨਾਲ। ਅੱਛਾ, ਹੁਣ ਹੋਰ ਦੇਖੋ ਖੋਲ੍ਹ ਕੇ ਗੱਲ। ਖੇਤੀ ਧਰਤੀ ਜਿਹੜੀ ਹਿੰਦੁਸਤਾਨ ਦੀ ਕੁੱਲ ਧਰਤੀ ਹੈ, ਉਹਦੀ 60% ਹਿੱਸੇ 'ਤੇ ਖੇਤੀ ਹੁੰਦੀ ਹੈ। ਇਹ ਵਰਲਡ ਬੈਂਕ ਕਹਿੰਦਾ, ਇੰਡੀਆ ਵੀ ਕਹਿੰਦਾ, ਮੇਰਾ ਡਾਟਾ ਨਹੀਂ ਹੈ। 60% ਦੀ ਧਰਤੀ ਦੇ ਉੱਤੇ ਕਾਨੂੰਨੀ ਫੈਸਲੇ ਕਰਨ ਦਾ ਹੱਕ DC ਕੋਲੇ ਹੈ। ਜਿਹੜਾ DC ਹੈ ਉਹ ਕਿਹਨੂੰ ਉਤਰਦਾ ਹੈ? ਉਹ ਸੈਕਟਰੀ ਨੂੰ। ਉਹ ਸੈਕਟਰੀ ਕਿਹਨੂੰ ਉਤਰਦਾ ਹੈ? UN 'ਚ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੋਇਆ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਅਦਾਲਤਾਂ ਨੇ, ਉਹ ਆਪਦੀ 60% ਦੀ ਧਰਤੀ ਦੇ ਉੱਤੋਂ ਆਪਦਾ ਕਾਨੂੰਨੀ ਘੇਰਾ ਖੋਲ੍ਹਣਗੀਆਂ। ਇਹ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਨਾ ਕਮੇਟੀ, ਇਸੇ ਸੁਪਰੀਮ ਕੋਰਟ ਦਾ ਘੇਰਾ 60% ਚੱਕਿਆ ਜਾਣਾ। ਇਹ ਇੱਕ ਪੱਖ ਹੋ ਗਿਆ। ਦੂਜਾ, ਜਦੋਂ ਸਿੱਧਾ ਹੁਕਮ ਸੈਕਟਰੀ ਨੂੰ ਜਾਊਗਾ, ਲਿਖਿਆ ਕਾਨੂੰਨ ਦੇ ਵਿੱਚ ਵੀ ਉਹ ਸਾਡਾ ਸੈਕਟਰੀ ਹੈ, ਉਹ ਸੂਬੇ ਸਰਕਾਰਾਂ ਤੋਂ ਆਪੇ ਪ੍ਰਵਾਨਗੀ ਕਰਾਊਗਾ। ਇਹਦਾ ਸਿੱਧਾ ਮਤਲਬ ਇਹੀ ਹੈ ਵੀ ਸੈਕਟਰੀ ਮਰਜ਼ੀ ਚੱਲੂਗੀ ਉੱਥੇ। ਜੇ ਹੁਣ ਉੱਪਰੋਂ ਹੁਕਮ ਸਿੱਧਾ UN ਤੋਂ ਆ ਕੇ ਸਿੱਧਾ ਜਾਂਦਾ ਜ਼ਿਲ੍ਹੇ ਦਫ਼ਤਰ ਨੂੰ, ਅਤੇ ਸੂਬਾ ਸਰਕਾਰਾਂ ਦੇ ਮਹੱਤਵ ਕੋਈ ਰਹਿ ਗਿਆ? ਨਹੀਂ ਰਹਿ ਗਿਆ ਨਾ ਜੀ। ਹੁਣ ਅਸੀਂ ਕਹਿੰਦੇ ਹਾਂ ਵੀ ਇਹ ਸਰਕਾਰ ਨੇ ਕਾਨੂੰਨ ਬਣਾ ਕੇ ਸੂਬਿਆਂ ਦੇ ਹੱਕ 'ਚ ਦਖਲ ਦਿੱਤਾ। ਮੈਂ ਕਹਿੰਦਾ ਦਖਲ ਨਹੀਂ ਦਿੱਤਾ, ਸਰਕਾਰਾਂ ਨੂੰ ਬੇਮਾਨੇ ਕਰਤਾ, ਸੂਬਾ ਸਰਕਾਰਾਂ ਨੂੰ। ਇਹ ਪੱਖ ਰਹਿੰਦਾ, ਇਹ ਪੱਖ ਸਾਡਾ ਸਾਹਮਣੇ ਅਸੀਂ ਨਹੀਂ ਲਿਆਂਦਾ। ਇਹਦੋਂ ਵੀ ਅਗਲਾ ਕਿ ਇਹਦੇ 'ਚ ਜਿੱਥੇ ਉਹ ਲਾਗੂ ਹੋ ਗਿਆ ਨਾ, ਫਿਰ ਇਕੱਲਾ ਇਹ ਨਹੀਂ ਹੈ, ਇਹ ਨਿਯਮ ਸਿਹਤ 'ਤੇ ਵੀ ਲਾਗੂ ਨੇ, ਇਹ ਨਿਯਮ ਸਿੱਖਿਆ 'ਤੇ ਵੀ ਲਾਗੂ ਨੇ। ਸਰਕਾਰ UN ਨੇ 3 ਗੱਲਾਂ ਮੰਗੀਆਂ ਨੇ, ਇੱਕ ਭੁੱਖਮਰੀ ਖਤਮ ਕਰਨੀ ਹੈ, ਇੱਕ ਗਰੀਬੀ ਖਤਮ ਕਰਨੀ ਹੈ, ਇੱਕ ਬਿਮਾਰੀ ਖਤਮ ਕਰਨੀ ਹੈ। ਗਰੀਬੀ, ਬਿਮਾਰੀ, ਭੁੱਖਮਰੀ ਖਤਮ ਦੇ ਨਾਂ ਥੱਲੇ ਸਮਝੌਤੇ ਹੋਏ ਨੇ, ਅਤੇ ਉਹਦੇ ਨਾਲ ਸਾਰੇ ਪੱਖਾਂ ਦਾ ਉੱਤੇ ਸਮਝੌਤਾ ਹੋਇਆ। ਸਾਰੇ ਸਮਝੌਤਿਆਂ ਦਾ ਇੱਕੋ ਹੀ ਚੌਖਟ ਹੈ ਵੀ ਦਿੱਲੀ ਤੋਂ ਬੰਦਾ ਸਿੱਧਾ ਜ਼ਿਲ੍ਹਾ ਪੱਧਰ 'ਤੇ, ਅਤੇ ਉਹ ਫੈਸਲੇ ਜ਼ਿਲ੍ਹੇ ਵਾਲਿਆਂ ਕੋਲ। ਇਹਦੇ ਨਾਲ ਕੀ ਹੋਣਾ? ਜਿਹੜੀਆਂ ਛੋਟੀਆਂ ਖੇਤਰੀ ਪਾਰਟੀਆਂ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ ਹੈ, ਜਾਂ ਹਰਿਆਣੇ 'ਚ ਚੁਟਾਲਿਆਂ ਦੇ ਹੈ, ਜਾਂ ਨਤੀਸ਼ ਕੁਮਾਰ ਹੋਣੀ ਨੇ ਬਿਹਾਰ 'ਚ, ਲਾਲੂ ਹੋਣੀ ਨੇ, ਜਾਂ ਬੰਗਾਲ 'ਚ ਮਮਤਾ ਹੋਣੀ ਨੇ, ਠੀਕ ਹੈ। ਉਹ ਸਾਰਿਆਂ ਦੀ ਜਿਹੜੀ ਰਾਜਨੀਤੀ ਹੈ ਉਹ ਆਮ ਤੌਰ 'ਤੇ ਖੇਤੀ ਆਧਾਰਿਤ ਕੰਮ 'ਤੇ ਚੱਲਦੀ ਹੈ। ਸਾਨੂੰ ਪੰਜਾਬ ਦਾ ਘੱਟੋ ਘੱਟ ਪਤਾ ਹੀ ਹੈ ਨਾ,
ਵੀ ਥਾਣਾ ਤੇ ਕਚਹਿਰੀ ਲੋਕਲ ਰਾਜਨੀਤੀ ਇਹੀ ਹੈ। ਜਦੋਂ ਫੈਸਲਿਆਂ ਦਾ ਉਹਨਾਂ ਜਿਹੜੇ ਸਾਰੇ ਮੁਕੱਦਮਿਆਂ ਦਾ ਖੇਤੀ ਵਾਲਿਆਂ ਦਾ ਫੈਸਲਾ DC ਨਹੀਂ ਕਰ ਦੇਣਾ ਤਾਂ ਕਚਹਿਰੀ ਥਾਣਾ ਬੇਈਮਾਨ ਆ। ਖੇਤਰੀ ਰਾਜਨੀਤੀ ਖਤਮ, ਸੂਬਿਆਂ ਦਾ ਪ੍ਰਬੰਧ ਬੇਈਮਾਨ ਆ। ਇਦੋਂ ਅੱਗੇ ਵੀ ਜਿਹੜੇ ਇੱਕ ਵਾਰੀ ਜਿਹੜੇ ਲੱਗੇ ਹੋਏ ਨੇ ਬੰਦੇ ਉਹਦੇ 'ਤੇ, ਉਹ ਸੂਬਾ ਸਰਕਾਰ ਨਹੀਂ, ਉਹ ਕੇਂਦਰ ਸਰਕਾਰ ਦੀਆਂ ਤਾਕਤਾਂ ਨੂੰ ਵੀ ਉਲੰਘਣਗੇ। ਇਹ ਹੁਣ ਪੂਰਾ ਪ੍ਰਬੰਧ ਆ। ਜਿਹੜੇ ਬੰਦੇ ਹੁਣ ਕਾਨੂੰਨ ਦੇ ਵਿਰੋਧ 'ਚ ਨੇ, ਜਿਹੜੇ ਬੰਦੇ ਸਰਕਾਰ ਦੇ ਪੱਖ 'ਚ ਬੋਲੀ ਜਾਂਦੇ ਸਿਰਫ ਇਸ ਕਰਕੇ ਵੀ ਉਹ ਰਾਜਨੀਤਿਕ ਪਾਰਟੀ ਦੇ ਨੇ ਜਾਂ ਉਸ ਧਿਰ ਦੇ ਨੇ, ਜੇ ਇਹ ਗੱਲ ਉਹਨਾਂ ਨੂੰ ਸਮਝ ਆਊ ਤਾਂ ਦੇਖਾਂਗੇ ਆਪਾਂ ਵੀ ਕਿੰਨੇ ਕੁ ਲੋਕ ਉਹਨਾਂ ਦੇ ਹੱਕ 'ਚ ਖੜਨਗੇ, ਕਿਉਂਕਿ ਹਰੇਕ ਨੂੰ ਆਪਦੀ ਜਾਨ ਪਿਆਰੀ ਨਾ ਆਖਰ ਨੂੰ। ਤਾਂ ਇੱਕ ਇਹ ਪੱਖ ਹੈ। ਦੂਜਾ ਕਿ ਜਿਵੇਂ ਅਸੀਂ ਇੱਥੇ ਇੱਕ ਗੱਲ ਲੈ ਕੇ ਆਏ ਵੀ ਅਸੀਂ ਰੱਦ ਕਰਾਉਣਾ ਹੈ। ਰੱਦ ਇੱਕ ਸਾਡੇ ਕੰਮ ਦਾ ਅੱਧਾ ਹਿੱਸਾ ਹੈ। ਪੂਰਾ ਹਿੱਸਾ ਕੀ ਹੈ ਕਿ ਇਹਦਾ ਬਦਲ ਕੀ ਹੈ। ਠੀਕ, ਕਿਉਂਕਿ ਕਾਨੂੰਨ ਦੂਜੀ ਬੋਲੀ 'ਚ ਬਣੇ ਹੋਏ ਨੇ, ਇਸ ਕਰਕੇ ਅਸੀਂ ਸੋਚਿਆ ਨਹੀਂ ਕਿ ਅਗਲਾ ਕਾਨੂੰਨ ਕੀ ਹੋਵੇ। ਜੇ ਅਸੀਂ ਆਪ ਦੀ ਬੋਲੀ 'ਚ ਉੱਤਮ ਤਰੀਕੇ ਨਾਲ ਸੋਚੀਏ ਤਾਂ ਅਸੀਂ ਕਾਨੂੰਨ ਦੀ ਰੂਪ ਰੇਖਾ ਬਣਾਈਏ। ਠੀਕ ਹੈ, ਅਸੀਂ ਅੱਗੇ ਵਧੀਏ ਆਪ ਦਾ, ਪਰ ਉਹ ਤਾਂ ਵੱਧਦੇ ਅਸੀਂ ਜੇ ਆਪ ਦੀ ਬੋਲੀ ਦੇ ਮਹੱਤਵ ਨੂੰ ਅਸੀਂ ਸਮਝਦੇ ਇਸ ਗੱਲ ਨੂੰ, ਤਾਂ ਅਸੀਂ ਆਪਦੀਆਂ ਗੱਲਾਂ ਪੇਸ਼ ਕਰਦੇ ਸਾਰੇ ਕਿਤੇ, ਪਰ ਉਹ ਹਾਲੇ ਪੇਸ਼ ਨਹੀਂ ਹੋਈਆਂ। ਨਾ ਦੂਜਿਆਂ ਦਾ ਜਵਾਬ ਆਇਆ, ਨਾ ਸਾਡੀ ਆਪਣੀ ਗੱਲ ਪੇਸ਼ ਹੋਈ। ਅਸੀਂ ਆਪ ਦੇ ਹਿੱਕ ਦੇ ਜ਼ੋਰ ਨਾਲ ਆ ਗਏ ਹਾਂ, ਆਪ ਦੀ ਬੋਲੀ ਦੇ ਜ਼ੋਰ ਨਾਲ ਆ ਗਏ ਹਾਂ। ਪਰ ਜਿਹੜਾ ਗਿਆਨ ਦਾ ਜ਼ੋਰ ਹੁੰਦਾ ਕਿਸੇ ਕੋਈ ਵੀ ਬੋਲੀ ਹੈ ਨਾ, ਉਹ ਘਰਾਂ 'ਚ ਬੋਲੀ ਜਾਂਦੀ ਹੈ, ਸਕੂਲ ਬਾਜ਼ਾਰ 'ਚ ਬੋਲੀ ਜਾਂਦੀ ਹੈ, ਵਪਾਰ 'ਚ ਵਰਤੀ ਜਾਂਦੀ ਹੈ। ਇਹ ਹੋ ਗਈ ਉਹਦੀ ਆਮ ਵਰਤੋਂ। ਬੋਲੀ ਦਾ ਅਸਲ ਮਹੱਤਵ ਸ਼ੁਰੂ ਹੁੰਦਾ ਹੈ ਗਿਆਨ ਤੋਂ, ਕਿਉਂਕਿ ਬਾਕੀ ਬੋਲੀ ਤਾਂ ਜਾਨਵਰ ਵੀ ਬੋਲਦੇ ਨੇ ਨਾ, ਸੁਨੇਹੇ ਦੇਣ ਵਾਲੀ ਤਾਂ, ਡਰ ਦੇ ਪਿਆਰ ਦੇ ਸੁਨੇਹੇ ਤਾਂ ਜਾਨਵਰ ਵੀ ਦਿੰਦੇ ਨੇ। ਹਾਂ, ਬੰਦਾ ਕਿੱਥੇ ਸ਼ੁਰੂ ਹੁੰਦਾ? ਬੰਦਾ ਸ਼ੁਰੂ ਹੁੰਦਾ ਉੱਥੇ ਜਿੱਥੇ ਉਹ ਗਿਆਨ ਸਿਰਜਦਾ। ਅਸੀਂ ਇਹ ਕਾਨੂੰਨਾਂ ਦੇ ਬਾਰੇ 'ਚ ਆਪਣੀ ਗਿਆਨ ਸਿਰਜਣਾ ਹਜੇ ਨਹੀਂ ਕੀਤੀ। ਜਿੰਨਾ ਚਿਰ ਅਸੀਂ ਉਹ ਨਹੀਂ ਕਰਦੇ, ਸਾਡਾ ਸੰਘਰਸ਼, ਅਸੀਂ ਭਾਵੇਂ ਸਰਕਾਰ ਕਾਨੂੰਨ ਰੱਦ ਕਰ ਦੇਵੇ, ਸਾਡੀ ਜਿੱਤ ਉਹਨਾਂ ਚਿਰ ਪੂਰੀ ਨਹੀਂ ਹੋਣੀ ਜਿੰਨਾ ਚਿਰ ਅਸੀਂ ਇਸ ਪੱਧਰ 'ਤੇ ਨਹੀਂ ਪਹੁੰਚਦੇ। ਬਹੁਤ ਡੂੰਘੇ ਤਰੀਕੇ ਨਾਲ ਤੁਸੀਂ ਦੱਸਿਆ ਹੈ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹਾਲੇ ਤੱਕ ਟੱਚ ਵੀ ਨਹੀਂ ਕੀਤਾ ਗਿਆ, ਜਿਹੜੀਆਂ ਸਮਝ ਤੋਂ ਪਾਰ ਨੇ। ਇੱਕ ਜੇ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਸਾਡੇ ਕਿਸਾਨ ਆਗੂ ਨੇ, ਉਹਨਾਂ ਨੇ ਇੱਕ ਮੋਟੀ ਚੀਜ਼ ਸਮਝਾ ਦਿੱਤੀ ਹੈ ਕਿਸਾਨਾਂ ਨੂੰ, ਕਿਉਂਕਿ ਇੱਕ ਆਮ ਬੰਦੇ ਲਈ ਇਹ ਚੀਜ਼ਾਂ ਸਮਝਣੀਆਂ ਬਹੁਤ ਔਖੀਆਂ ਹੁੰਦੀਆਂ ਨੇ। ਮੈਨੂੰ ਲੱਗਦਾ ਹੈ ਵੀ ਕਿਸਾਨ ਆਗੂ ਸ਼ਾਇਦ ਇਸ ਗੱਲ ਦੀ ਜਾਣਕਾਰੀ ਜ਼ਰੂਰ ਰੱਖਦੇ ਹੋਣਗੇ ਵੀ ਅਸਲ ਦੇ ਵਿੱਚ ਇਹਦੇ ਹੋਰ ਵੀ ਕਿੰਨੇ ਕੁ ਮਾਰੂ ਪ੍ਰਭਾਵ ਜਿਹੜੇ ਆ ਇਹਨਾਂ ਕਾਨੂੰਨਾਂ ਦੇ ਪੈਣੇ ਨੇ। ਜੇ ਆਮ ਗੱਲ ਕਰਦੇ ਹਾਂ ਅਸੀਂ ਵੀ ਲੋਕਾਂ ਨੂੰ ਉਹਨਾਂ ਨੂੰ ਇੱਕ ਵਾਰੀ ਦੱਸਣਾ ਜ਼ਰੂਰ ਚਾਹੀਦਾ ਆ ਵੀ ਇਹ ਚੀਜ਼ਾਂ ਵਿੱਚ ਹੈ ਕੀ ਹੈ। ਜੇ ਅਸੀਂ ਕਿਸਾਨਾਂ ਕੋਲ ਜਾਈਏ ਤਾਂ ਕਿਸਾਨ ਇੰਨੇ ਇੰਟਰਸਟਿਡ ਨੇ ਕਿਤਾਬਾਂ ਨੂੰ ਪੜ੍ਹਨ ਦੇ ਵਿੱਚ, ਅਖਬਾਰਾਂ ਨੂੰ ਪੜ੍ਹਨ ਦੇ ਵਿੱਚ। ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਰੋਜ਼ ਦੀ ਰੋਜ਼ ਸਾਨੂੰ ਕੋਈ ਨਵੀਂ ਗੱਲ ਦੱਸੀ ਜਾਵੇ, ਅਸੀਂ ਸਿੱਖੀਏ। ਜੇ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਕੋਈ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਵੱਲੋਂ ਤਾਂ ਸਾਫ਼ ਕਿਹਾ ਜਾਂਦਾ ਕਿ ਇਹ ਤਾਂ ਅਨਪੜ੍ਹ ਲੋਕ ਨੇ, ਇਹ ਤਾਂ ਧੋਤੀਆਂ ਵਾਲੇ ਲੋਕ ਨੇ, ਇਹਨਾਂ ਨੂੰ ਕੀ ਪਤਾ ਹੈ, ਇਹਨਾਂ ਨੂੰ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ। ਪਰ ਜੇ ਪੰਜਾਬੀ ਦੀ ਰਿਚਨੈਸ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਬਹੁਤ ਅਮੀਰ ਭਾਸ਼ਾ ਹੈਗੀ ਆ। ਜੇ ਕਿਉਂਕਿ ਸਾਨੂੰ ਪਤਾ ਹੈ ਅਮੀਰ ਆ, ਲੋਕੀ ਉਹਨੂੰ ਚਾਹੇ ਜੋ ਮਰਜ਼ੀ ਵੀ ਕਹਿਣ, ਪਰ ਜਿਹੜੀ ਸਾਡੀ ਬੋਲੀ ਹੈਗੀ ਆ, ਜਿਸ ਵਿੱਚ ਅਸੀਂ ਗੱਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਆਪਣੇ ਗੁਰੂ ਸਾਹਿਬ ਨੂੰ ਪੜ੍ਹਦੇ ਹਾਂ, ਜਿਹਦੇ ਵਿੱਚ ਸਾਨੂੰ ਗਿਆਨ ਪ੍ਰਾਪਤ ਹੁੰਦਾ ਆ, ਉਹ ਭਾਸ਼ਾ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ, ਕਿਉਂਕਿ ਉਹਦੇ ਵਿੱਚ ਤੁਸੀਂ ਵਿਆਕਰਨ ਪੜ੍ਹੀ ਆ, ਤੁਹਾਨੂੰ ਪਤਾ ਹੋਣਾ ਹੈ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਡੀ ਵਿਆਕਰਨ ਦੇ ਵਿੱਚ ਜਿਹੜੇ ਸ਼ਬਦ ਨੇ, ਹਰ ਇੱਕ ਚੀਜ਼ ਦੇ ਲਈ ਵੱਖਰਾ ਸ਼ਬਦ ਬਣਿਆ ਹੋਇਆ, ਸ਼ਾਇਦ ਉਹ ਕੋਈ ਹੋਰ ਭਾਸ਼ਾਵਾਂ ਵਿੱਚ ਨਹੀਂ ਵੀ ਹੋਣਗੇ। ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਆ ਜਾਵੇ। ਦੇਖੋ, ਜਿਹੜਾ ਦੁਨੀਆ 'ਚ ਕੋਈ ਭਾਸ਼ਾ ਹੁੰਦੀ ਹੈ ਨਾ, ਇੱਕ ਪੱਖੋਂ ਭਾਸ਼ਾਵਾਂ ਦੇ ਵਿੱਚ ਸਾਂਝ ਹੁੰਦੀ ਹੈ ਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਕੁਝ ਮੂਲ ਸ਼ਬਦ ਹੁੰਦੇ ਜਿਨ੍ਹਾਂ ਨੂੰ ਆਪਾਂ ਨਾਮ ਜਾਂ ਕਿਰਿਆਵਾਂ ਕਹਿ ਲੈਂਦੇ ਹਾਂ। ਭਾਸ਼ਾ ਦੀ ਵੱਖਰਤਾ ਹੁੰਦੀ ਇੱਕ ਤਾਂ ਇਸ ਕਰਕੇ ਵੀ ਉਹ ਸ਼ਬਦ ਆਪੋ 'ਚ ਜੁੜਦੇ ਕਿਵੇਂ ਨੇ। ਸ਼ਬਦਾਂ ਦਾ ਜਿਹੜਾ ਰਿਸ਼ਤਾ ਹੈ ਉਹੀ ਮਨੁੱਖੀ ਸਮਾਜ ਦਾ ਰਿਸ਼ਤਾ ਬਣਦਾ। ਮੈਂ ਕਿਰਿਆ ਦੀ ਹੀ ਗੱਲ ਕਰਨੀ ਸੀ, ਮੈਨੂੰ ਉਹ ਵਰਡ ਚੇਤੇ ਨਹੀਂ ਸੀ ਆ ਰਿਹਾ। ਹਾਂ, ਮੈਂ ਉਹ ਕਹਿੰਦਾ ਵੀ ਜਿੱਦਾਂ ਹੁਣ ਸ਼ਬਦ ਆਪੋ 'ਚ ਕਿੱਦਾਂ ਜੁੜਦੇ ਨੇ, ਉਹ ਸ਼ਬਦਾਂ ਦਾ ਰਿਸ਼ਤਾ ਮਨੁੱਖੀ ਸਮਾਜ ਦਾ ਇੱਕ ਰਿਸ਼ਤਾ ਬਣਦਾ ਹੁੰਦਾ। ਜਿੱਦਾਂ ਹੁਣ ਆਪਣੇ ਤੁਸੀਂ ਦੇਖਿਆ ਹੋਣਾ ਹੈ ਵੀ ਉਹ ਪਾਤਰ ਸਾਹਿਬ ਨੇ ਕਵਿਤਾ ਵੀ ਲਿਖੀ ਹੈ ਨਾ, ਵੀ ਉਹ ਫੁੱਫੜ, ਮਾਮੇ, ਮਾਸੜ ਨੂੰ ਇੱਕ ਅੰਕਲ ਸ਼ਬਦ ਖਾ ਗਿਆ। ਤਾਂ ਹੁਣ ਇਹ ਸਿਰਫ ਇੱਕ ਸਾਨੂੰ ਹਵਾਲਾ ਹੈ ਕਿ ਜਿਹੜੀ ਉਹ ਬੋਲੀ ਹੈ ਉਹਦਾ ਇੱਕ ਜਿਹੜਾ ਆਪੋ 'ਚ ਜੁੜਨ ਦਾ ਤਰੀਕਾ ਹੈ ਉਹ ਉਸ ਸਮਾਜ ਦੀ ਬਣਤਰ ਵਿੱਚ ਪਿਆ ਹੋਇਆ। ਸਾਡੀ ਬੋਲੀ ਦਾ ਸਾਡੀ ਬਣਤਰ ਵਿੱਚ ਪਿਆ ਹੋਇਆ।
ਇਸ ਕਰਕੇ ਇਹ ਮੰਨਿਆ ਜਾਂਦਾ ਵੀ ਦੁਨੀਆ 'ਚ ਸਾਰੀਆਂ ਬੋਲੀਆਂ ਇੱਕ ਦੂਜੇ ਨੂੰ ਵੱਖਰੀਆਂ ਨੇ, ਪਰ ਕਈ ਵਾਰੀ ਅਸੀਂ ਉਹਨਾਂ ਨੂੰ ਉੱਪਰ ਥੱਲੇ ਮੰਨ ਲੈਂਦੇ ਹਾਂ, ਉਹ ਹਜੇ ਇੰਨਾ ਸਹੀ ਨਹੀਂ ਮੰਨਿਆ ਜਾਂਦਾ। ਵਪਾਰ ਜਾਂ ਰਾਜਨੀਤੀ ਜੁੜ ਜਾਂਦੀ ਹੈ ਤਾਂ ਉਹ ਆਪਣੀ ਹੱਦ ਤੋਂ ਬਾਹਰ ਨਿਕਲ ਕੇ ਦੂਜੇ ਲੋਕਾਂ ਦੇ ਉੱਤੇ ਕਾਬਜ਼ ਹੋ ਜਾਂਦੀ ਹੈ ਜਾਂ ਉਹਨਾਂ ਦੇ ਫੈਲ ਜਾਂਦੀ ਹੈ ਗਿਆਨ ਦੀ ਤੇ ਤਾਕਤ ਦੀ ਬੋਲੀ ਬਣ ਕੇ। ਫਿਰ ਉਹ ਦੂਜਿਆਂ ਦੇ ਸ਼ਬਦਾਂ ਨੂੰ ਆਪਣੇ ਵਿੱਚ ਇਕੱਠਾ ਕਰਨ ਲੱਗ ਜਾਂਦੀ ਹੈ, ਫਿਰ ਉਹਦੇ ਨਾਲ ਲੋਕ ਕਹਿੰਦੇ ਵੀ ਸਾਡੀ ਬੋਲੀ ਵੱਡੀ ਹੋ ਗਈ ਹੈ। ਪਰ ਅਸਲ 'ਚ ਹੁੰਦਾ ਕਿ ਕਿਸੇ ਥਾਂ ਦੇ ਲੋਕ ਆ ਜਿਹੜੇ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਥੋੜ੍ਹੇ ਸ਼ਬਦਾਂ ਨਾਲ ਜਿਉਂ ਲੈਂਦੇ ਆ। ਹਾਂ, ਬੰਦੇ ਦੀ ਭੁੱਖ ਤਾਂ ਰਾਜਨੀਤੀ ਨਾਲ ਵੱਧਣੀ ਸ਼ੁਰੂ ਹੁੰਦੀ ਹੈ, ਉਹਦੇ ਨਾਲ ਫਿਰ ਹੋਰ ਗੱਲ ਸ਼ੁਰੂ ਹੁੰਦੀ ਹੈ। ਅਤੇ ਇਸ ਕਰਕੇ ਵੀ ਸ਼ਬਦ ਵੱਖਰੇ ਹੁੰਦੇ ਨੇ, ਬੋਲੀ ਵੱਖਰੀ ਹੁੰਦੀ ਹੈ। ਇੱਕ ਇਹ ਗੱਲ, ਦੂਜਾ ਹੁੰਦਾ ਕਿ ਸ਼ਬਦਾਂ ਨੂੰ ਅਰਥ ਦੇਣ ਦਾ ਇੱਕ ਤਰੀਕਾ ਹੁੰਦਾ ਵੀ ਸ਼ਬਦਾਂ ਦੇ ਪਿੱਛੇ ਅਰਥ ਕਿਵੇਂ ਵੱਜਦੇ ਨੇ। ਵੀ ਹੁਣ ਸਾਡੇ ਜਿਹੜੇ ਬੰਦੇ ਇੱਥੇ ਆਏ ਨੇ, ਜਿੱਦਾਂ ਹੁਣ ਉਹ ਦੂਜੇ ਬੰਦੇ ਪੁੱਛਦੇ ਪੈਸਾ ਕਿੱਥੋਂ ਆਇਆ ਨਾ, ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਹੈ ਕਿ ਦੂਜਿਆਂ ਬੰਦਿਆਂ ਨੂੰ ਪੈਸੇ ਦਾ ਅਰਥ ਉਹਨਾਂ ਦੀ ਆਪ ਦੀ ਬੋਲੀ 'ਚ ਸਮਝ ਆ ਰਿਹਾ। ਪੰਜਾਬੀ 'ਚ ਪੈਸੇ ਦਾ ਅਰਥ ਉਵੇਂ ਹੈ ਨਹੀਂ, ਠੀਕ। ਸਾਡੇ ਬੰਦੇ ਤਾਂ ਆਪਦੇ ਨੁਕਸਾਨ ਨਾਲ ਖੁਸ਼ ਹੋ ਰਹੇ ਨੇ ਵੀ ਕੋਈ ਗੱਲ ਨਹੀਂ, ਪਰਵਾਹ ਨਹੀਂ ਕੋਈ। ਤਾਂ ਪਰਵਾਹ ਕੋਈ ਨਹੀਂ, ਬੰਦਿਆਂ ਦੀ ਪਰਵਾਹ ਨਹੀਂ ਹੈ, ਇਹ ਪਰਵਾਹ ਨਹੀਂ ਹੈ, ਇਹ ਬੋਲੀ ਦੇ ਵਿੱਚ ਸਮਾਇਆ ਹੋਇਆ ਸੁਭਾਅ ਸਾਡੇ ਬੰਦਿਆਂ ਦਾ, ਠੀਕ ਹੈ। ਸਾਨੂੰ ਆਪਣੀ ਬੋਲੀ 'ਚ ਮਿਲਿਆ ਹੋਇਆ, ਸਾਨੂੰ ਤਾਂ ਬੁਰਾ ਲੱਗਦਾ ਅਗਲਾ ਕੋਈ ਪੁੱਛਦਾ ਵੀ ਅਸੀਂ ਕੋਈ ਚੋਰ ਹਾਂ, ਠੀਕ ਹੈ, ਵੀ ਤੁਹਾਨੂੰ ਕੋਈ ਸ਼ੱਕ ਹੈ ਲੰਗਰ ਦੇ ਉੱਤੇ। ਸਾਡਾ ਬੰਦਾ ਦੋ ਗੱਲਾਂ ਸੋਚਦਾ ਵੀ ਜਾਂ ਤਾਂ ਇਹ ਗੁਰੂ ਸਾਹਿਬ ਦੇ ਬਾਰੇ ਮਾੜਾ ਸੋਚ ਰਿਹਾ ਜਾਂ ਫਿਰ ਮੇਰੇ ਬਾਰੇ ਮਾੜਾ ਸੋਚ ਰਿਹਾ, ਠੀਕ ਹੈ। ਦੂਜੇ ਬੰਦੇ ਨੂੰ ਹੁੰਦਾ ਪੈਸਾ ਕਿੱਥੋਂ ਆਉਂਦਾ, ਉਹਨੂੰ ਫਿਕਰ ਲੱਗ ਜਾਂਦਾ ਨਾ। ਉਹ ਅਗਲੇ ਦੀ ਬੋਲੀ ਦਾ ਸੰਸਾਰ ਹੈ ਆਪਦੇ ਅਰਥਾਂ ਦਾ। ਇਹ ਮੰਨਿਆ ਜਾਂਦਾ ਵੀ ਅਸੀਂ ਜੋ ਦੁਨੀਆ ਵੇਖ ਰਹੇ ਹਾਂ ਨਾ, ਇਹ ਅਸੀਂ ਅੱਖਾਂ ਨਾਲ ਨਹੀਂ ਵੇਖ ਰਹੇ, ਇਹ ਅਸੀਂ ਅਰਥਾਂ ਨਾਲ ਵੇਖ ਰਹੇ ਹਾਂ। ਸਾਡੇ ਸਾਹਮਣੇ ਜੋ ਦਿਸਦਾ, ਜੋ ਅਰਥ ਸਾਡੇ ਮਨ 'ਚ ਅਰਥ ਬਣੇ ਹੋਏ ਨੇ। ਜਿੱਦਾਂ ਹੁਣ ਤੁਸੀਂ ਦੇਖੋ ਵੀ ਪੰਜਾਬ 'ਚ ਸਾਡੇ ਮੁੰਡੇ ਕੁੜੀਆਂ ਜਿਹੜੇ, ਮੈਂ ਕਹਿੰਦਾ ਉਹੀ ਥਾਂ 'ਤੇ ਵੀ ਉਹ ਚੂਹੀ ਤੋਂ, ਕਿੱਲੀ ਤੋਂ ਅੱਜ ਕੱਲ੍ਹ ਡਰ ਜਾਂਦੇ ਨੇ ਦੇਖ ਕੇ ਨਾ। ਅਫਰੀਕਾ ਦੇ ਜਵਾਕ ਦੇਖੋ, ਉਹ ਐਡੇ ਐਡੇ ਸੱਪਾਂ ਨੂੰ ਝੋਲੇ 'ਚ ਪਾਈ ਫਿਰਦੇ ਨੇ, ਕਾਹਦੇ ਕਰਕੇ? ਉਹਨਾਂ ਦੇ ਦਿਮਾਗ 'ਚ ਸ਼ਬਦਾਂ ਦੇ ਅਰਥ ਹੋਰ ਤਰ੍ਹਾਂ ਦੇ। ਇਹ ਸਾਰੀ ਜਿਹੜੀ ਹੁਣ ਮੈਂ ਕਹਿੰਦਾ ਖੇਡ ਹੈ ਜਿਹੜੀ, ਇਹ ਜਿੱਥੇ ਅਸੀਂ ਬੈਠੇ ਹਾਂ, ਇਹ ਸ਼ਬਦਾਂ ਦੀ ਖੇਡ ਇਸ ਕਰਕੇ ਆ ਕਿ ਸਾਡੇ ਦਿਮਾਗ 'ਚ ਦੁਨੀਆ ਦੇ ਅਰਥ, ਜ਼ਿੰਦਗੀ ਦੇ ਅਰਥ ਹੋਰ ਤਰੀਕੇ ਨੇ, ਹੋਰ ਸ਼ਬਦਾਂ ਨਾਲ ਵਸੇ ਹੋਏ ਨੇ, ਜਿਨ੍ਹਾਂ ਦੇ ਖਿਲਾਫ ਅਸੀਂ ਲੜ ਰਹੇ ਹਾਂ, ਜਿਹੜੀ ਸਰਕਾਰ ਦੇ ਖਿਲਾਫ। ਉਹਨਾਂ ਦੇ ਦਿਮਾਗ 'ਚ ਹੋਰ ਤਰੀਕੇ ਨਾਲ ਵਸੇ ਹੋਏ ਨੇ। ਉਹ ਜੋ ਸਾਨੂੰ ਕਹਿ ਰਹੇ ਵੀ ਇਹ ਅਨਪੜ੍ਹ ਨੇ, ਇਹ ਇਹਨਾਂ ਨੂੰ ਕਿਸੇ ਨੇ ਭਰਮਾ ਲਿਆ, ਉਹ ਸੱਚੀ ਕਹਿ ਰਹੇ ਨੇ। ਉਹਨਾਂ ਨੂੰ ਲੱਗਦਾ ਹੀ ਇੱਦਾਂ ਵੀ ਅਸੀਂ ਤਾਂ ਅਨਪੜ੍ਹ ਬੰਦੇ ਹਾਂ, ਕਿਉਂਕਿ ਉਹਨਾਂ ਦੀ ਹੋਂਦ ਦੇ ਵਿੱਚ ਇਹ ਗੱਲ ਪਈ ਹੋਈ ਹੈ। ਉਹ ਕਿਸੇ ਨੇ ਸਾਂਝੀਵਾਲਤਾ ਬਣਾਉਣ ਦੀ ਉਹਨਾਂ ਦੇ ਕੋਲ ਸ਼ਾਇਦ ਪਰੰਪਰਾ ਨਹੀਂ ਹੈਗੀ ਇਸ ਤਰ੍ਹਾਂ ਦੀ, ਠੀਕ ਹੈ ਨਾ। ਇਹ ਲੰਗਰ ਕੋਈ ਐਂ ਨਹੀਂ ਇਕੱਲਾ ਰੋਟੀਆਂ ਦਾ, ਇਹ ਸਾਡੇ ਸੁਭਾਅ ਦੀ ਸਿਰਜਣਾ ਕਰਦਾ। ਉਹ ਲੋਕਾਂ ਨਾਲ ਰਲ ਮਿਲ ਕੇ ਬੈਠਣ ਦੀ, ਦੂਜੇ ਨੂੰ ਇੱਜ਼ਤ ਦੇਣ ਦੀ, ਵੀ ਤੁਸੀਂ ਦੂਜੇ ਨੂੰ ਰੋਟੀ ਮੁਫਤ ਵੀ ਦਿਓ, ਫਿਰ ਇੱਜ਼ਤ ਸਹਿਤ ਦਿਓ, ਠੀਕ ਹੈ। ਇਹ ਕੋਈ ਸਾਦੀ ਗੱਲ ਨਹੀਂ ਹੈ। ਹੁਣ ਦੂਜੇ ਪਾਸੇ ਜਿਹੜੇ ਬੜੇ ਵਪਾਰੀ ਆ ਰਹੇ ਨੇ, ਉਹ ਇਹੀ ਨਹੀਂ ਸਮਝਦੇ ਵੀ ਮੁਫਤ ਕਿਵੇਂ ਹੋ ਸਕਦੀ ਗੱਲ ਕੋਈ, ਠੀਕ ਹੈ ਨਾ। ਇੱਕ ਪਾਸੇ ਮੁਫਤ ਵਾਲੇ ਨੇ, ਇੱਕ ਪਾਸੇ ਹਰ ਚੀਜ਼ ਮੁੱਲ ਵਾਲੀ ਹੈ, ਵੀ ਸਾਹ 'ਤੇ ਹੀ ਪੈਸੇ ਕਰਜ਼ਾ ਲੱਗੂ। ਇਹ ਸਾਰੀ ਅਰਥਾਂ ਦੀ ਖੇਡ ਹੈ। ਇਹ ਸਾਡੇ ਨਾਲ ਭਾਈ ਸੇਵਕ ਸਿੰਘ ਜੀ, ਜਿਨ੍ਹਾਂ ਨੇ ਜਿਹੜੇ ਮੇਨ ਟੌਪਿਕ ਜਿਹੜੇ ਅਸੀਂ ਕਹਿ ਸਕਦੇ ਹਾਂ ਕਾਨੂੰਨਾਂ ਦੇ ਵਿੱਚ ਜਿਹੜੇ ਰਹਿੰਦੇ ਸੀ, ਜਿਹੜੇ ਅੱਜ ਤੱਕ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ, ਉਹਨਾਂ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਬਹੁਤ ਸੁਖਾਲੇ ਤਰੀਕੇ ਦੇ ਨਾਲ। ਕਿਉਂਕਿ ਜਿਹੜੇ ਕਾਨੂੰਨ ਅਸਲ ਵਿੱਚ ਪਹੁੰਚੇ ਨੇ, ਬੇਸ਼ੱਕ ਉਹਨਾਂ ਦੀਆਂ ਕਾਪੀਆਂ ਵੀ ਹੋ ਚੁੱਕੀਆਂ ਨੇ, ਪਰੰਤੂ ਉਹਨਾਂ ਦੀ ਜੇ ਅਸੀਂ ਭਾਸ਼ਾ ਕਹਿ ਸਕਦੇ ਹਾਂ, ਉਹ ਇਸ ਤਰੀਕੇ ਨਾਲ ਲਿਖੇ ਹੁੰਦੇ ਆ ਕਿ ਇੱਕ ਪੁਆਇੰਟ ਦਾ 5ਵੇਂ ਪੁਆਇੰਟ ਦੇ ਵਿੱਚ ਅੱਧਾ ਹਿੱਸਾ ਹੈ, ਅੱਧਾ 5ਵੇਂ ਤੋਂ ਫਿਰ 12ਵੇਂ 13ਵੇਂ ਦੇ ਵਿੱਚ ਉਹ ਇੱਕ ਉਲਝਣ ਜੀ ਪੈਦਾ ਕੀਤੀ ਜਾਂਦੀ ਹੈ। ਪਰੰਤੂ ਜੇ ਅਸੀਂ ਗੱਲ ਕਰਦੇ ਹਾਂ ਮੇਨ, ਤੇ ਇੰਗਲਿਸ਼ ਤੇ ਹਿੰਦੀ ਦੋ ਭਾਸ਼ਾਵਾਂ ਵਿੱਚ ਇਹ ਉੱਥੋਂ ਛਾਪੇ ਜਾਂਦੇ ਨੇ ਕੇਂਦਰ ਤੋਂ, ਜਿਨ੍ਹਾਂ ਨੂੰ ਸਮਝਣਾ ਬਹੁਤ ਔਖਾ ਹੁੰਦਾ ਹੈ। ਤੇ ਇਹਨਾਂ ਦੇ ਵਿੱਚ ਜਿਹੜੇ ਮੇਨ ਵਰਡ ਪਏ ਹੁੰਦੇ ਆ, ਉਹਨਾਂ ਦੇ ਵਿੱਚ ਵੀ ਬਹੁਤ ਕੁਝ ਸਮਾਇਆ ਹੁੰਦਾ। ਇਹਨਾਂ ਚੀਜ਼ਾਂ ਨੂੰ ਸੌਖੇ ਤਰੀਕੇ ਦੇ ਨਾਲ ਆਮ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਹੈ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਲਵਿੰਦਰ ਕੌਰ।